ਕਿਤੇ ਕਾਂਗਰਸ ਦੀ ਟੀਮ ਤਾਂ ਨਹੀਂ ਖੜੀ ਕੀਤੀ ਹੋਈ? ਦੇਖੋ ਕਹਿਣ ਨੂੰ ਤਾਂ ਸਾਨੂੰ ਕਈ ਕਹਿ ਦਿੰਦੇ ਆਰਐਸਐਸ ਦੀ ਟੀਮ ਹੈ, ਕੋਈ ਕਹਿ ਦਿੰਦਾ ਕਾਂਗਰਸ ਦੀ ਟੀਮ ਹੈ। ਮੈਂ ਸਮਝਦਾ ਇਹ ਸਾਡੇ ਸਿੱਖ ਲੀਡਰਾਂ ਦੀ ਟੀਮ ਹੈ ਔਰ ਸਿੱਖ ਲੀਡਰਾਂ ਦੀ ਦੇਣ ਹੈ। ਅਸੀਂ ਕਿਸੇ ਦੇ ਪਿੱਛੇ ਲੱਗ ਕੇ ਪਾਰਟੀ ਨਹੀਂ ਬਣਾਈ, ਅਸੀਂ ਆਪਣੇ ਹੱਕ ਲੈਣ ਦੀ ਖਾਤਰ ਪਾਰਟੀ ਬਣਾਈ ਹੈ, ਕਿਉਂਕਿ ਸਾਡਾ ਹੱਕ ਜਿਹੜਾ ਹੈਗਾ VOTING ਰਾਈਟ ਦਾ ਸਾਡਾ ਹੱਕ ਸੀ ਸਹਿਜਧਾਰੀ ਸਿੱਖਾਂ ਦਾ। ਸਿੱਖ ਤਾਂ ਸਾਰੇ ਹੀ ਆਪਾਂ, ਜਿਹੜੇ ਸਿੱਖ ਫੈਮਿਲੀ, ਜੇ ਦੇਖੋ ਹਿੰਦੂ ਦੇ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ, ਤਾਂ ਸਿੱਖ ਘਰ ਪੈਦਾ ਹੋਇਆ ਕੌਣ ਹੈ? ਤੁਹਾਨੂੰ ਲੱਗਦਾ ਜੀ ਰਾਮਦੇਵ ਜੀ ਵਪਾਰੀ ਬਣ ਗਏ ਨੇ ਬਹੁਤ ਵੱਡੇ? और उत्थे उन्होंने कहा कि 100% कोरोना का इलाज हमने ढूंढ लिया है और 7 दिन में हम कोरोना ठीक कर देंगे। तो जदों कोरोना की हासो ही नहीं गल है कि ਇਹਦਾ ਇਨਕੂਬੇਸ਼ਨ ਪੀਰੀਅਡ ਜਿਹੜਾ 15 ਦਿਨ ਦਾ, ਕੁਆਰੰਟਾਈਨ ਆਪਾਂ 14 ਦਿਨ ਲਈ ਕਰਦੇ ਹਾਂ ਪੇਸ਼ੈਂਟ ਨੂੰ, ਤੇ 7 ਦਿਨ 'ਚ ਬਾਬਾ ਰਾਮਦੇਵ ਕਿਹੜਾ ਐਸਾ ਬਾਣ ਮਾਰ ਕੇ ਉਹਨੂੰ ਪੇਸ਼ੈਂਟ ਨੂੰ ਠੀਕ ਕਰ ਰਹੇ ਨੇ? ਟੂ ਸ਼ਟਰਾਂ ਵਾਲੇ ਤੇ ਪਰਚਾ ਦਰਜ ਹੋ ਸਕਦਾ ਚਟਨੀ ਵੇਚਣ ਤੇ ਐਲਾਨ ਕਰਨ ਤੇ ਚਟਨੀ ਦਾ ਕਿ ਮੇਰੇ ਕੋਲ ਕੋਰੋਨਾ ਦੀ ਦਵਾਈ ਹੈ, ਤਾਂ ਬਾਬਾ ਰਾਮਦੇਵ ਤੇ ਕਿਉਂ ਨਹੀਂ ਹੋ ਸਕਦਾ? ਲੱਖ ਵਾਰੀ ਸੋਚਿਓ ਸਾਡਾ ਮੁੱਲ ਲਾਉਣ ਤੋਂ ਪਹਿਲਾਂ, ਕਿਉਂਕਿ ਅਸੀਂ ਵਿਕਦੇ ਨਹੀਂ, ਅਸੀਂ ਪੱਖਪਾਤ ਨਹੀਂ ਕਰਦੇ, ਅਸੀਂ ਨਿਰਪੱਖ ਹਾਂ, ਅਸੀਂ ਨਿਡਰ ਹਾਂ। ਦੋਸਤੋ, ਮੈਂ ਫੇਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਜਿਸ ਦਾ ਨਾਂ ਹੈ ਤੀਰ ਨਿਸ਼ਾਨੇ ਤੇ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਮੇਰੇ ਨਾਲ ਨੇ ਡਾਕਟਰ ਪਰਮਜੀਤ ਸਿੰਘ ਜੀ ਰਾਣੂ, ਜੋ ਕਿ ਕੌਮੀ ਪ੍ਰਧਾਨ ਨੇ ਸਹਿਜਧਾਰੀ ਸਿੱਖ ਪਾਰਟੀ ਦੇ ਅਤੇ ਪ੍ਰਧਾਨ ਨੇ ਐਥੀਕਲ ਕਮੇਟੀ ਦੇ। ਦੋਸਤੋ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਇਸ ਦੇਸ਼ ਨੂੰ ਦੇਣ ਕੀ ਹੈ, ਪੰਜਾਬ ਨੂੰ ਕੀ ਦੇਣ ਆ ਉਹਨਾਂ ਦਾ। ਜਿਹੜੇ ਪੰਜਾਬ ਦੇ ਲੋਕ ਨੇ ਉਹ ਡੁੱਬ ਚੁੱਕੇ ਨੇ ਇਹ ਮਹਾਂਮਾਰੀ ਦੇ ਵਿੱਚ, ਕਰੋਨਾ ਦੇ ਵਿੱਚ, ਤੇ ਇਹ ਸਰਕਾਰਾਂ ਦਾ ਕੀ ਦੇਣ ਹੈ, ਸਰਕਾਰਾਂ ਨੇ ਕੀ ਕੀਤਾ ਹੁਣ ਤੱਕ, ਇਸ ਵਿਸ਼ੇ 'ਤੇ ਅੱਜ ਗੱਲਬਾਤ ਕਰਾਂਗੇ ਉਹਨਾਂ ਨਾਲ। ਰਾਣੂ ਸਾਹਿਬ, ਤੁਹਾਡਾ ਸਾਡੇ ਪ੍ਰੋਗਰਾਮ ਤੀਰ ਨਿਸ਼ਾਨੇ ਦੇ ਵਿੱਚ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਰਾਣੂ ਸਾਹਿਬ, ਮੈਂ ਪਹਿਲਾਂ ਗੱਲ ਇਸ ਵਿਸ਼ੇ 'ਤੇ ਕਹਾਂਗਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਜਦੋਂ ਉਹ ਮੌਜੂਦ ਸੀ, ਤਾਂ ਤੁਹਾਨੂੰ ਜਿਹੜੀ ਦੂਜੀ ਇਹ ਸੰਸਥਾ ਸਹਿਜਧਾਰੀ ਸਿੱਖ ਪਾਰਟੀ ਕਿਉਂ ਲਿਆਉਣੀ ਪਈ? ਕੀ ਕਾਰਨ ਹੋਇਆ? देखो, श्रोमणी कमेटी एक ਵੱਖਰੀ ਰਾਜਨੀਤਿਕ ਨਹੀਂ ਧਾਰਮਿਕ ਸੰਸਥਾ ਹੈ ਜੀ, ਔਰ ਅੱਜ ਅਫਸੋਸ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ਪੋਲੀਟੀਕਲ ਸੰਸਥਾ ਬਣ ਚੁੱਕੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ 'ਤੇ ਪੂਰਨ ਕਬਜ਼ਾ ਹੈ ਜੀ। ਇਸ ਕਰਕੇ ਜਦੋਂ ਇਹਨਾਂ ਨੇ ਪੋਲੀਟੀਕਲ ਰੈਜ਼ੋਲੂਸ਼ਨਸ ਪਾ ਕੇ ਮਸਲੇ ਉਠਾ ਕੇ ਸਿੱਖ ਧਰਮ ਨੂੰ ਹੀ ਆਰਐਸਐਸ ਦਾ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਿਹੜੇ ਸਹਿਜਧਾਰੀ ਸਿੱਖ ਪਿਛਲੇ 70 ਸਾਲਾਂ ਤੋਂ 60 ਸਾਲਾਂ ਤੋਂ ਵੋਟਾਂ ਪਾਉਂਦੇ ਸੀਗੇ, ਇਸ ਧਰਮ ਦੇ ਵਿੱਚ ਆਪਣੀ ਜਿਹੜਾ ਹੈਗਾ ਆਸਥਾ ਰੱਖਦੇ ਸੀ, ਉਹਨਾਂ ਨੂੰ ਧਰਮ 'ਚੋਂ ਸਿੱਖਣ ਦੀ ਗੱਲ ਕੀਤੀ, ਉਹਨਾਂ ਦਾ VOTING ਹੱਕ ਖੋਇਆ, ਤਾਂ ਫਿਰ ਨੈਚੁਰਲ ਹੈ ਇੱਕ ਆਵਾਜ਼ ਉਠਾਉਣ ਦੀ ਖਾਤਰ ਸਹਿਜਧਾਰੀ ਸਿੱਖਾਂ ਦੇ ਲਈ ਅਸੀਂ ਇੱਕ ਪਲੇਟਫਾਰਮ ਖੜਾ ਕੀਤਾ, ਜਿਹਦੇ ਸਹਿਜਧਾਰੀ ਸਿੱਖ ਫੈਡਰੇਸ਼ਨ ਬਣੀ ਪਹਿਲਾਂ, ਔਰ ਉਸ ਤੋਂ ਬਾਅਦ ਫਿਰ ਉਹਨੂੰ ਅਸੀਂ ਪੋਲੀਟੀਕਲ ਪਾਰਟੀ ਦੇ ਤੌਰ 'ਤੇ ਕਨਵਰਟ ਕੀਤਾ ਹੈਗਾ ਸਹਿਜਧਾਰੀ ਸਿੱਖ ਪਾਰਟੀ ਵੱਲੋਂ। ਕਿਤੇ ਕਾਂਗਰਸ ਦੀ ਟੀਮ ਤਾਂ ਨਹੀਂ ਖੜੀ ਕੀਤੀ ਹੋਈ? ਦੇਖੋ ਕਹਿਣ ਨੂੰ ਤਾਂ ਸਾਨੂੰ ਕਈ ਕਹਿ ਦਿੰਦੇ ਆਰਐਸਐਸ ਦੀ ਟੀਮ ਹੈ, ਕੋਈ ਕਹਿ ਦਿੰਦਾ ਕਾਂਗਰਸ ਦੀ ਟੀਮ ਹੈ। ਮੈਂ ਸਮਝਦਾ ਇਹ ਸਾਡੇ ਸਿੱਖ ਲੀਡਰਾਂ ਦੀ ਟੀਮ ਹੈ ਔਰ ਸਿੱਖ ਲੀਡਰਾਂ ਦੀ ਦੇਣ ਹੈ। ਜਿਹੜੀ ਸਾਡੀ ਮੌਜੂਦਾ ਸਿੱਖ ਲੀਡਰਸ਼ਿਪ ਹੈ ਉਹਨਾਂ ਦੀ ਕਮਜ਼ੋਰੀਆਂ ਦੀ ਦੇਣ ਹੈ ਇਹ ਪਾਰਟੀ ਜਿਹੜੀ ਹੈ। ਮੈਂ ਸਾਫ਼ ਕਹਿ ਰਿਹਾ, ਕਿਉਂਕਿ ਉਹਨਾਂ ਨੇ ਸਾਡੇ ਸਿੱਖ ਧਰਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਅਸੀਂ ਸਿੱਖ ਧਰਮ ਦੀ ਉਸ ਕਮਿਊਨਿਟੀ ਨੂੰ ਜਿਹਨੂੰ ਕਿ ਇਹਨਾਂ ਨੇ ਬਾਹਰ ਕੱਢਿਆ। ਮੇਰਾ ਸਿੱਧਾ ਸਵਾਲ ਹੈ ਰਾਣੂ ਜੀ, ਸਿੱਧਾ ਸਵਾਲ ਹੈ ਕਿ ਜਦੋਂ ਇਲੈਕਸ਼ਨ ਹੁੰਦੇ ਨੇ, ਜਦੋਂ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਦਾਅ ਪੇਚ ਖੇਲਦੀਆਂ ਨੇ, ਇੱਦਾਂ ਹੀ ਇੱਕ ਪਾਰਟੀਆਂ ਖੜੀਆਂ ਕਰਕੇ ਆਪਣਾ ਬਹੁਮਤ ਲੈਂਦੀਆਂ ਨੇ। ਅਸੀਂ ਕਿਸੇ ਦੇ ਪਿੱਛੇ ਲੱਗ ਕੇ ਪਾਰਟੀ ਨਹੀਂ ਬਣਾਈ, ਅਸੀਂ ਆਪਣੇ ਹੱਕ ਲੈਣ ਦੀ ਖਾਤਰ ਪਾਰਟੀ ਬਣਾਈ ਹੈ, ਕਿਉਂਕਿ ਸਾਡਾ ਹੱਕ ਜਿਹੜਾ ਹੈਗਾ VOTING ਰਾਈਟ ਦਾ ਸਾਡਾ ਹੱਕ ਸੀ ਸਹਿਜਧਾਰੀ ਸਿੱਖਾਂ ਦਾ, ਔਰ ਬਹੁ ਗਿਣਤੀ ਸਹਿਜਧਾਰੀ ਸਿੱਖਾਂ ਦੀ ਹੈ। 100% ਸਿੱਖਾਂ ਦੇ ਵਿੱਚੋਂ 15% ਜਿਹੜੇ ਨੇ ਉਹ ਅੰਮ੍ਰਿਤਧਾਰੀ ਤੇ ਰਹਿਤਧਾਰੀ ਨੇ, 85% ਉਹ ਲੋਕ ਨੇ ਜਿਹੜੇ ਦਾੜੀ ਕੇਸ ਕੱਟਦੇ ਨੇ, ਬਿਊਟੀ ਪਾਰਲਰ ਜਾਂਦੀਆਂ ਬੀਬੀਆਂ, ਉਹ ਸਾਰੀ ਦੀ ਸਾਰੀ ਪੋਪੂਲੇਸ਼ਨ ਜਿਹੜੀ ਹੈ ਉਹਨੂੰ ਅਗਰ ਗੈਰ ਸਿੱਖ ਕਹਿ ਕੇ ਕੋਈ ਅਲੱਗ ਕਰੇ ਕਮਿਊਨਿਟੀ ਨੂੰ, ਤਾਂ ਉਸ ਨੂੰ ਨਾਲ ਜੋੜੀ ਰੱਖਣ ਦੀ ਖਾਤਰ ਅਸੀਂ ਆਪਣੀ ਸੰਸਥਾ ਬਣਾ ਲਈ। ਕਿਉਂਕਿ ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਰਹਿਤ ਜ਼ਰੂਰੀ ਹੈ। ਦੇਖੋ, ਰਹਿਤ ਸਿੱਖ ਲਈ ਨਹੀਂ ਹੈਗੀ, ਰਹਿਤ ਹੈਗੀ ਖਾਲਸੇ ਲਈ। ਜੀ, ਸਿੱਖ ਤਾਂ ਸਾਰੇ ਹੀ ਆਪਾਂ, ਜਿਹੜੇ ਸਿੱਖ ਫੈਮਿਲੀ, ਜੇ ਦੇਖੋ ਹਿੰਦੂ ਦੇ ਘਰ ਪੈਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਮੁਸਲਿਮ ਹੈ, ਈਸਾਈ ਘਰ ਪੈਦਾ ਈਸਾਈ, ਤਾਂ ਸਿੱਖ ਘਰ ਪੈਦਾ ਹੋਇਆ ਕੌਣ ਹੈ? ਉਹ ਵੀ ਤਾਂ ਸਿੱਖ ਹੀ ਹੈ। ਅਗਰ ਉਹ ਸਿੱਖ ਹੈ ਤਾਂ ਫਿਰ ਉਹਨੂੰ ਕਿਵੇਂ ਤੁਸੀਂ ਡਿਫਰੈਂਸ਼ੀਏਟ ਕਿਵੇਂ ਕਰੋਗੇ? ਕੌਣ ਲੋਕ ਨੇ ਜਿਹੜੇ ਇਹਨੂੰ ਮੈਂ ਉਹੀ ਦੱਸਣਾ ਚਾਹੁੰਦਾ ਕਿ ਖਾਲਸਾ ਸਜਣਾ ਪੈਣਾ ਸਿੱਖ ਤਾਂ ਉਹ ਹੈਗੇ ਹੀ ਆ। ਜਿਹੜਾ ਸਿੱਖ ਪੇਰੈਂਟਸ ਤੋਂ ਬੋਰਨ ਹੈ ਉਹ ਸਿੱਖ ਹੀ ਹੈ, ਫਿਰ ਉਹਦੇ ਵਿੱਚ ਵਿਤਕਰਾ ਕਰਨ ਦੀ ਕੀ ਲੋੜ ਆ? ਅਗਰ ਉਹ ਰਹਿਤਧਾਰੀ ਨਹੀਂ ਹੈ ਤਾਂ ਉਹਨੂੰ ਨਾਲ ਜੋੜੋ, ਉਹਨੂੰ ਉਸ ਲੀਹ ਤੇ ਲਿਆਓ। ਅਗਰ ਤੁਸੀਂ ਉਹਨੂੰ ਲਿਆਉਂਦੇ ਨਹੀਂ, ਦਰਕਾਰਦੇ ਹੋ, ਪਰੇ ਕਰਦੇ ਹੋ, ਫਿਰ ਇਹ ਤੁਹਾਡੀ ਗਲਤੀ ਹੈ। ਦੂਜੀ ਗੱਲ ਮੈਂ ਕਰਾਂ, ਮੇਰਾ ਦੂਜਾ ਸਵਾਲ ਹੈ ਕਿ ਕਰੋਨਾ ਵਰਗੀ ਮਹਾਂਮਾਰੀ ਹੈ ਪੂਰੇ ਦੇਸ਼ ਦੇ ਵਿੱਚ, ਉਹਦੇ ਲਈ ਤੁਹਾਡੀ ਪਾਰਟੀ ਕੀ ਕਰ ਰਹੀ ਹੈ, ਜਾਂ ਤੁਸੀਂ ਐਜ ਏ ਡਾਕਟਰ ਹੋ
ਤੁਸੀਂ ਪ੍ਰਧਾਨ ਹੋ ਐਥੀਕਲ ਕਮੇਟੀ ਦੇ, ਇਹਦੇ ਵਾਸਤੇ ਕਿਹੜੇ ਉਪਰਾਲੇ ਕੀਤੇ ਤੁਸੀਂ? ਦੇਖੋ, ਬਤੌਰ ਐਥੀਕਲ ਕਮੇਟੀ ਪੰਜਾਬ ਹੋਮਿਓਪੈਥਿਕ ਮੈਡੀਕਲ ਕਾਉਂਸਲ ਦੇ ਉਹਦਾ ਪ੍ਰਧਾਨ ਹੋਣ ਦੇ ਨਾਤੇ, ਕਿਉਂਕਿ ਮੈਂ ਇੱਕ ਹੋਮਿਓਪੈਥਿਕ ਪ੍ਰੈਕਟੀਸ਼ਨਰ ਹਾਂ, ਸਾਬਕਾ ਚੇਅਰਮੈਨ ਵੀ ਹਾਂ, ਮੌਜੂਦਾ ਮੈਂਬਰ ਵੀ ਹਾਂ ਮੈਂ, ਔਰ ਐਥੀਕਲ ਕਮੇਟੀ ਸਰਕਾਰ ਦੀ ਉਹ ਕਮੇਟੀ ਹੈ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਮਿਓਪੈਥੀ ਦਾ ਪ੍ਰਚਾਰ ਕਰ ਰਹੇ ਡਾਕਟਰ, ਜਿਹੜੇ ਖਾਸ ਕਰਕੇ ਕੋਵਿਡ-19 ਕਰੋਨਾ ਦੇ ਨਾਲ ਕਰ ਰਹੇ ਨੇ, ਉਹਨਾਂ ਤੇ ਨਜ਼ਰਸਾਨੀ ਰੱਖਣ ਲਈ ਇਹ ਕਮੇਟੀ ਬਣੀ ਹੈ ਜੀ। ਔਰ ਉਸ ਕਮੇਟੀ ਦੇ ਵਿੱਚ ਸਾਡੀ ਇੱਕ ਟੀਮ ਹੈ ਜਿਹੜੀ ਸੋਸ਼ਲ ਮੀਡੀਆ ਤੇ ਆਬਜ਼ਰਵ ਕਰਦੀ ਹੈ। ਸੋ ਉਹਦੇ ਵਿੱਚ ਅਸੀਂ ਪੂਰਾ ਕੰਮ ਕਰ ਰਹੇ ਹਾਂ। ਜਿਹੜੇ ਡਾਕਟਰਸ ਨੇ, ਜਿਹੜੇ ਈਵਨ ਬਾਬਾ ਰਾਮਦੇਵ ਹੈ, ਇਹਨੇ ਜਿਹੜੀ ਆ ਦਵਾਈ ਦੇ ਇਨਵੈਂਸ਼ਨ ਕੀਤੀ ਸੀ, ਉਹਦੇ ਬਾਰੇ ਵੀ ਅਸੀਂ ਬਕਾਇਦਾ ਸਰਕਾਰ ਦੇ ਧਿਆਨ 'ਚ ਲਿਆ ਕੇ ਇਹਨੂੰ ਬੰਦ ਕਰਵਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਹੈਗਾ। ਔਰ ਬੀਇੰਗ ਏ ਡਾਕਟਰ, ਮੈਂ ਸਹਿਜਧਾਰੀ ਸਿੱਖ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵਰਕਰਸ ਨੂੰ ਡਿਊਰਿੰਗ ਕਰਫਿਊ ਲਾਕਡਾਊਨਸ ਲੋਕਾਂ ਦੀ ਸੇਵਾ ਦੇ ਵਾਸਤੇ ਉਹਨਾਂ ਨੂੰ ਲਗਾਇਆ ਰੱਖਿਆ। ਘਰ ਘਰ ਅਸੀਂ ਦਵਾਈਆਂ ਪਹੁੰਚਾਉਂਦੇ ਰਹੇ ਹਾਂ ਔਰ ਵਿਦਆਊਟ ਐਨੀ ਕਾਸਟ ਅਸੀਂ ਲੋਕਾਂ ਦੇ ਲਈ, ਮਤਲਬ ਕਿ ਘਰ ਘਰ ਜਿਹੜਾ ਹੈਗਾ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੇਣ ਵਾਸਤੇ। ਅੱਜ ਵੀ ਸਾਡੇ ਕਲੀਨਿਕਸ 'ਤੇ ਵੀ ਜਿਹੜੇ ਲੋਕਾਂ ਦੇ ਕੰਮ ਛੁੱਟ ਗਏ ਨੇ, ਜੌਬਸ ਛੁੱਟ ਗਏ ਨੇ, ਉਹਨਾਂ ਲਈ ਫ੍ਰੀ ਇਲਾਜ ਦਾ ਪ੍ਰਬੰਧ ਕੀਤਾ ਹੋਇਆ ਜੀ। ਰਾਣੂ ਸਾਹਿਬ, ਰਾਮਦੇਵ ਦੀ ਗੱਲ ਚੱਲੀ ਸੀ, ਦਵਾਈ ਬਣਾਈ ਗਈ ਹੈ, ਤੁਸੀਂ ਉਹਦੀ ਦਵਾਈ ਰੋਕਣ ਵਾਸਤੇ ਉਪਰਾਲਾ ਕੀਤਾ ਵੀ ਉਹ ਦਵਾਈ ਜਿਹੜੀ ਹੈਗੀ ਉਹ ਰੋਕੀ ਜਾਵੇ ਉਹਦੀ, ਕਿਉਂਕਿ ਉਹ ਬਿਜ਼ਨਸਮੈਨ ਜਿਹੜਾ ਹੈਗਾ ਉਸ ਦੇ ਤੌਰ 'ਤੇ ਉਭਾਰਿਆ ਗਿਆ। ਅੱਜ ਤੱਕ ਰਾਮਦੇਵ ਜਿਹੜਾ ਹੈਗਾ ਬਿਜ਼ਨਸਮੈਨ ਬਣ ਚੁੱਕਿਆ, ਕਿਸੇ ਹੋਰ ਨਾਂ ਨਾਲ ਵੀ ਪੁਕਾਰਿਆ ਜਾ ਰਿਹਾ ਉਹ ਬਾਕੀ ਦੇਸ਼ਾਂ ਦੇ ਵਿੱਚ। ਕੀ ਕਹਿਣਾ ਤੁਹਾਡਾ? ਦੇਖੋ ਜੀ, ਮੈਂ ਬਾਬਾ ਰਾਮਦੇਵ ਜੀ ਦਾ ਪੂਰਨ ਸਤਿਕਾਰ ਕਰਦਾ, ਕਿਉਂਕਿ ਉਹ ਇੱਕ ਯੋਗ ਗੁਰੂ ਔਰ ਉਹਨਾਂ ਨੇ ਰੈਵੋਲੂਸ਼ਨ ਲਿਆਂਦਾ ਵਰਲਡ ਦੇ ਵਿੱਚ, ਇਕੱਲਾ ਇੰਡੀਆ 'ਚ ਨਹੀਂ, ਵਰਲਡ ਦੇ ਵਿੱਚ ਯੋਗਾ ਦੇ ਵਿੱਚ ਉਹਨਾਂ ਨੇ ਰੈਵੋਲੂਸ਼ਨ ਲਿਆਂਦਾ। ਪਰ ਅਫਸੋਸ ਇਸ ਗੱਲ ਦਾ ਕਿ ਉਹਨਾਂ ਨੂੰ ਇਸ ਜਿਹੜੀ ਮਹਾਮਾਰੀ ਦਾ ਦੌਰ ਹੈ, ਇਸ ਦੌਰ ਦੇ ਵਿੱਚ ਆਪਣੀ ਇੱਕ ਕੰਪਨੀ ਜਿਹੜੀ ਪਤੰਜਲੀ ਕੰਪਨੀ ਹੈ, ਉਹਨੂੰ ਪ੍ਰਮੋਟ ਕਰਨ ਲਈ ਇੱਕ ਬਿਜ਼ਨਸ ਦਾ ਇੱਕ ਟੈਕਟ ਨਹੀਂ ਖੇਡਣਾ ਚਾਹੀਦਾ ਸੀ। ਜਿਹੜੀ ਉਹਨਾਂ ਨੇ ਦਵਾਈ ਬਣਾਈ, ਉਹ ਦਵਾਈ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਕੀਤਾ ਗਿਆ, ਉਹ ਵੀ ਮੈਂ ਤੁਹਾਨੂੰ ਵਿਸਥਾਰਪੂਰਵਕ ਦੱਸਾਂਗਾ ਹੁਣ। ਅਤੇ ਉਹਦੇ ਵਿੱਚ ਬਾਬਾ ਰਾਮਦੇਵ ਦਾ ਬਿਜ਼ਨਸ ਕਰਨ ਦਾ ਜਿਹੜਾ ਉਹਨਾਂ ਦਾ ਇੱਕ ਮਖੌਟਾ ਉਹਨਾਂ ਦੇ ਚਿਹਰੇ ਦੇ ਉੱਪਰ ਸੀਗਾ, ਜਿਹੜਾ ਯੋਗਾ ਵਾਲਾ, ਉਹਨੂੰ ਵੀ ਇੱਕ ਬਹੁਤ ਵੱਡਾ ਜਿਹੜਾ ਹੈ ਢਾਹ ਲੱਗੀ ਉਸ ਚੀਜ਼। ਜੀ। ਰਾਣੂ ਸਾਹਿਬ, ਤੁਸੀਂ ਰਾਮਦੇਵ ਜੀ ਵੱਲ ਚੱਲ ਰਹੇ ਹੋ, ਕਿਉਂਕਿ ਰਾਮਦੇਵ ਜੀ ਨੇ ਜਦੋਂ ਕਹਿੰਦਾ ਜਦੋਂ ਬੀਜੇਪੀ ਸਰਕਾਰ ਆਏਗੀ ਤਾਂ 35 ਰੁਪਏ ਪੈਟਰੋਲ ਹੋਏਗਾ, ਮੇਰੇ ਸਵਾਲ ਨਾਲ ਕਿੰਨੇ ਕੁ ਸਹਿਮਤ ਹੋ? ਉਹਨੇ ਕਿਹਾ ਸੀ 35 ਰੁਪਏ ਪੈਟਰੋਲ ਹੋ ਜਾਏਗਾ। ਅੱਜ ਕੀ ਰੇਟ ਨੇ? ਉਹਨਾਂ ਨੇ ਪੈਟਰੋਲ, ਗੈਸ, ਸਾਰੀਆਂ ਚੀਜ਼ਾਂ ਦੇ ਬਾਰੇ ਕਿਹਾ ਸੀਗਾ ਕਿ ਨਹੀਂ, ਅੱਜ ਜਿਹੜਾ ਹੈਗਾ ਮੌਕੇ ਦਾ ਮੁੱਦਾ ਹੈ ਪੈਟਰੋਲ। ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ। ਔਰ ਇਹ ਮੁੱਦਾ ਇਕੱਲਾ ਰਾਮਦੇਵ ਦਾ ਹੀ ਨਹੀਂ, ਇਹ ਤਾਂ PMO ਦਾ ਮੁੱਦਾ ਹੈ। ਪ੍ਰਧਾਨ ਮੰਤਰੀ ਜਿਹੜੇ ਨੇ GDP ਦੀ ਗੱਲ ਕਰਦੇ ਆ ਤਾਂ ਲੋਕ ਹੱਸਦੇ ਨੇ, ਉਹ ਕਹਿੰਦੇ ਉਹਨਾਂ ਨੇ ਕਿਹਾ ਸੀ GDP बढ़ेगा। ਉਹ ਕਹਿੰਦੇ GDP ਦਾ ਮਤਲਬ ਤੁਹਾਨੂੰ ਪਤਾ ਕੀ ਸੀ? ਗੈਸ, ਡੀਜ਼ਲ ਤੇ ਆਪਣਾ ਟੈਕਸ ਜਿਹੜੇ ਨੇ ਇਹ ਵਧਣੇ ਆ ਔਰ ਵਧ ਰਹੇ ਆ ਉਹ। ਸੋ ਜਿਹੜੀ ਪੈਟਰੋਲ, ਸੌਰੀ, ਤੇ ਗੈਸ, ਡੀਜ਼ਲ ਐਂਡ ਪੈਟਰੋਲ GDP, ਉਹਨਾਂ ਨੇ ਮੀਨਿੰਗ ਹੀ ਇਹ ਕੱਢਿਆ ਲੋਕਾਂ ਨੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਦੇਖੋ ਜਿਹੜੀ ਚੀਜ਼ ਨਜਾਇਜ਼ ਤੌਰ ਤੇ ਲੋਕਾਂ ਦੇ ਉੱਪਰ ਥੋਪੀ ਜਾ ਰਹੀ ਹੈ ਉਹ ਨਿੰਦਣਯੋਗ ਹੈ ਔਰ ਇਹਦੇ ਲਈ ਆਪੋਜੀਸ਼ਨ ਨੂੰ ਵੱਡੇ ਤੋਂ ਵੱਡਾ ਰੋਲ ਪਲੇ ਕਰਨਾ ਚਾਹੀਦਾ। ਆਪੋਜੀਸ਼ਨ ਜਿਹੜੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਵੀਕ ਹੈ ਔਰ ਆਪੋਜੀਸ਼ਨ ਆਪਣਾ ਫਰਜ਼ ਨਹੀਂ ਨਿਭਾ ਪਾ ਰਹੀ ਹੈਗੀ। ਚਾਹੇ ਇਹ ਹੈ ਕਿ ਆਪੋਜੀਸ਼ਨ ਯੂਨਾਈਟਿਡ ਨਹੀਂ ਹੈਗੀ, ਇਹ ਵੀ ਇੱਕ ਕਾਰਨ ਹੈ। ਦੂਸਰਾ, ਆਪੋਜੀਸ਼ਨ ਜਿਹੜੀ ਹੈਗੀ ਉਹ ਇੰਨੀ ਸਟਰੋਂਗ ਹੈ ਨਹੀਂ ਗੀ ਔਰ ਇਸ ਕਰਕੇ ਬਹੁਮਤ ਜ਼ਿਆਦਾ ਹੈ ਉਹਨਾਂ ਕੋਲ, ਜੋ ਦਿਲ ਕਰਦਾ ਕਰੀ ਜਾਂਦੇ, ਕਦੇ ਆਪਣੇ ਬਿੱਲ ਪਾਸ ਕਰ ਲੈਂਦੇ ਨੇ, ਕਦੇ ਮਿਨੋਰਟੀਜ਼ ਦੇ ਅਗੇਂਸਟ ਚੱਲ ਪੈਂਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਵਾਕਈ ਨਿੰਦਣਯੋਗ ਨੇ। ਤੁਹਾਨੂੰ ਲੱਗਦਾ ਜੀ ਰਾਮਦੇਵ ਜੀ ਵਪਾਰੀ ਬਣ ਗਏ ਨੇ ਬਹੁਤ ਵੱਡੇ? ਦੇਖੋ, ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਕੇਂਦਰ ਸਰਕਾਰ ਨੇ ਜਦੋਂ ਲਾਕਡਾਊਨ ਤੇ ਕਰਫਿਊ ਲੱਗੇ ਨੇ, ਇਹ 21 ਮਾਰਚ ਨੂੰ ਜਨਤਾ ਕਰਫਿਊ ਸੀ, ਉਸ ਤੋਂ ਬਾਅਦ ਲਾਕਡਾਊਨਸ ਲੱਗ ਗਏ ਨੇ ਸਾਰੇ ਮੁਲਕ ਦੇ ਵਿੱਚ। ਔਰ ਉਸ ਵੇਲੇ ਇੱਕ ਐਡਵਾਈਜ਼ਰੀ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਆਯੂਸ਼ ਨੇ ਜਾਰੀ ਕੀਤੀ ਸੀ 1 ਅਪ੍ਰੈਲ ਨੂੰ। ਹੁਣ ਕੋਈ ਵੀ ਵਿਅਕਤੀ, ਖਾਸ ਕਰਕੇ ਆਯੂਸ਼ ਡਾਕਟਰਸ, ਇਹ ਨਹੀਂ ਕਹਿ ਸਕਦੇ ਕਿ ਉਹ ਇਸ ਤੋਂ ਵਾਕਿਫ ਨਹੀਂ ਸਨ ਜਾਂ ਇਗਨੋਰ ਨਹੀਂ ਕਰ ਸਕਦੇ ਇਸ ਐਡਵਾਈਜ਼ਰੀ ਨੂੰ। ਇਹਦੇ ਵਿੱਚ ਬਕਾਇਦਾ ਉਹਨਾਂ ਨੇ ਮੈਂਸ਼ਨ ਕੀਤਾ ਕਿ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਔਰ ਐਪੀਡੈਮਿਕ ਐਕਟ ਦੇ ਤਹਿਤ ਡਰੱਗਸ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਅਗਰ ਕੋਈ ਵੀ ਆਯੂਸ਼ ਡਾਕਟਰ ਕਰਦਾ ਹੈ, ਆਯੂਸ਼ ਕੌਣ ਹੁੰਦਾ ਹੈ? AYUSH, ਉਹ ਹੈ ਆਯੁਰਵੈਦਿਕ, ਯੋਗਾ, ਯੂਨਾਨੀ, ਸਿੱਧਾ ਤੇ ਹੋਮਿਓਪੈਥਿਕ ਡਾਕਟਰ। ਇਸ ਐਡਵਾਈਜ਼ਰੀ 'ਚ ਮੈਂਸ਼ਨ ਹੈ ਕਿ ਕੋਈ ਵੀ ਵਿਅਕਤੀ ਕੋਵਿਡ-19 ਕਰੋਨਾ ਦੀ ਦਵਾਈ ਦਾ ਪ੍ਰੀਵੈਂਸ਼ਨ, ਬਚਾਵ ਜਾਂ ਇਲਾਜ, ਟ੍ਰੀਟਮੈਂਟ ਦੀ ਕੋਈ ਵੀ ਪ੍ਰੋਪੋਗੇਸ਼ਨ ਜਾਂ ਉਹਦਾ ਕੋਈ ਐਡਵਰਟਾਈਜ਼ਮੈਂਟ ਨਹੀਂ ਕਰੇਗਾ। ਅਗਰ ਕੋਈ ਕਰੇਗਾ ਤਾਂ ਉਹ ਇੱਕ ਜੁਰਮ ਹੈ। ਦੂਸਰਾ, ਉਹਨਾਂ ਨੇ ਸਪੈਸ਼ਲੀ ਇਹ ਵੀ ਲਿਖਿਆ ਗਾਈਡਲਾਈਨਸ ਦੇ ਵਿੱਚ ਕਿ ਇਹਦੇ ਬਾਰੇ ਕੋਈ TV ਚੈਨਲ ਜਾਂ ਕੋਈ ਪ੍ਰਿੰਟ ਮੀਡੀਆ ਜਾਂ ਕੋਈ ਏਜੰਸੀ ਵੀ ਇਹਨਾਂ ਨੂੰ ਪ੍ਰਮੋਟ ਨਹੀਂ ਕਰੇਗੀ। ਅਗਰ ਪ੍ਰਮੋਟ ਕਰੇਗੀ ਤਾਂ ਉਹ ਜੁਰਮ ਹੈ। ਹੁਣ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਸ ਤੋਂ ਬਾਅਦ ਬਕਾਇਦਾ ਫਿਰ ਇੱਕ ਹਾਲ ਹੀ ਦੇ ਵਿੱਚ 2 ਜੂਨ ਇਸੇ ਮਹੀਨੇ ਦੇ ਵਿੱਚ ਇੱਕ ਵੇਰ ਐਡਵਾਈਜ਼ਰੀ ਜਾਰੀ ਹੋਈ ਔਰ ਇਹਦੇ 'ਚ
ਹੈਲਥ ਸੈਕਟਰੀ ਜਿਹੜੇ ਨੇ ਆਪਣੇ ਆਯੂਸ਼ ਦੇ ਸੈਕਟਰੀ ਐਡੀਸ਼ਨਲ ਸੈਕਟਰੀ ਪਾਠਕ ਸਾਹਿਬ, ਉਹਨਾਂ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਆ ਰਿਹਾ ਕਿ ਕੁਝ ਆਯੂਸ਼ ਡਾਕਟਰ ਜਿਹੜੇ ਨੇ ਉਹ ਇਦਾਂ ਦਾ ਪ੍ਰਚਾਰ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਡਰੱਗ ਕੰਟਰੋਲਰ ਆਫ ਇੰਡੀਆ ਜਿਹੜੇ ਆ ਜਾਂ ਸਟੇਟ ਦੀਆਂ ਜਿਹੜੀ ਡਰੱਗ ਅਥਾਰਟੀਜ਼ ਲਾਇਸੈਂਸਿੰਗ ਅਥਾਰਟੀਜ਼ ਨੇ ਉਹ ਇਹਦੇ 'ਤੇ ਚੈੱਕ ਕਰਨ ਕਿ ਕੋਈ ਇੱਦਾਂ ਦੀ ਦਵਾਈ ਵੇਚ ਤਾਂ ਨਹੀਂ ਰਿਹਾ। ਅਗਰ ਕਿਤੇ ਵੀ ਕੋਈ ਐਸਾ ਜੁਰਮ ਹੋ ਰਿਹਾ ਤਾਂ ਉੱਤੇ ਪਰਚਾ ਦਰਜ ਕਰਨ ਦਾ ਵੀ ਪ੍ਰੋਵੀਜ਼ਨ ਉਹਨਾਂ ਨੇ ਦਿੱਤਾ ਹੈਗਾ। ਸੋ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਰਾਮਦੇਵ ਨੇ ਜਿਹੜੀ ਇਹ ਦਵਾਈ ਦੀ ਕਾਢ ਕੱਢੀ ਹੈ, ਉਹ ਕਾਢ ਉਹਨਾਂ ਨੇ ਸਿਰਫ ਉੱਤਰਾਖੰਡ ਸਰਕਾਰ ਕੋਲੋਂ ਪਰਮਿਸ਼ਨ ਲਈ ਸੀ ਖਾਂਸੀ ਜ਼ੁਕਾਮ ਅਤੇ ਬੁਖਾਰ ਵਾਸਤੇ। ਉਹਨਾਂ ਨੇ ਕਿਤੇ ਇਹਦੇ ਵਿੱਚ ਪੈਂਡੈਮਿਕ ਆਪਣੀ ਕਰੋਨਾ ਦਾ ਕੋਈ ਵੀ ਵੇਰਵਾ ਨਹੀਂ ਸੀ ਕੀਤਾ, ਔਰ 2 ਦਿਨਾਂ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਮਿਲ ਗਈ ਕਿਉਂਕਿ ਇਹਨਾਂ ਦਾ ਜ਼ੋਰ ਬਹੁਤ ਹੈ। ਅਤੇ ਉਹ ਪਰਮਿਸ਼ਨ ਲੈ ਕੇ ਇਹਨਾਂ ਨੇ ਜਦੋਂ ਪ੍ਰਚਾਰ ਕੀਤਾ, ਉੱਥੇ ਚੁਣਿੰਦਾ ਕੁਝ ਚੈਨਲਸ ਬੁਲਾਏ ਗਏ ਔਰ ਲਾਈਵ ਉਹਦਾ ਟੈਲੀਕਾਸਟ ਹੋਇਆ, यूट्यूब 'ਤੇ ਹੋਇਆ, हर जगह पे होया, सोशल मीडिया पे भी। और उत्थे उन्होंने कहा कि 100% कोरोना का इलाज हमने ढूंढ लिया है और 7 दिन में हम कोरोना ठीक कर देंगे। तो जदों कोरोना की हासो ही नहीं गल है कि इनकूबेशन पीरियड जो 15 दिन का है, क्वारंटाइन आप 14 दिन लिए करते हैं पेशेंट को, तो 7 दिन च बाबा रामदेव किहड़ा ऐसा बाण मार के उन्होंने पेशेंट को ठीक कर रहे हैं। फिर इन्होंने कहा कि असीं ट्रायल्स कीतियां ने। देखो गवर्नमेंट ऑफ इंडिया की एक बकायदा गाइडलाइंस ने, ICMR एक संस्था हैगी आ, इंडियन काउंसिल ऑफ मैडिकल रिसर्च, तो उस दे तहत ये गाइडलाइंस बनिया ने। ये आयुष मंत्रालय का नोटिफिकेशन है बकायदा, और ये अनुकूल CTRL होंदी है, एक क्लीनिकल ट्रायल रजिस्ट्री है, तो ਉਹਦੇ ਵਿੱਚ ਬਕਾਇਦਾ ਇਹਨਾਂ ਨੂੰ ਰਜਿਸਟਰਡ ਕਰਾਉਣੀ ਪੈਂਦੀ ਹੈ ਆਪਣੀ ਦਵਾਈ, ਔਰ ਉਹਦੇ ਤੇ ਟਰਾਇਲਸ ਹੁੰਦੀਆਂ ਨੇ। ਫਿਰ ਬਕਾਇਦਾ ਮਰੀਜ਼ ਵੀ ਗਵਰਨਮੈਂਟ ਦਿੰਦੀ ਹੈ ਕਿ ਆਹ ਮਰੀਜ਼ ਤੁਹਾਨੂੰ ਦਿੱਤੇ, ਇਹਨਾਂ ਦੇ ਉੱਪਰ ਤੁਸੀਂ ਟਰਾਈ ਕਰੋ, ਆਹ ਤੁਹਾਡੀ ਦਵਾਈ ਆ, ਔਰ ਉਹਦੇ ਤੇ ਨਿਗਰਾਨੀ ਕੌਣ ਨੇ? ICMR ਦੀ ਗਾਈਡਲਾਈਨਸ ਮੁਤਾਬਕ ਐਲੋਪੈਥਿਕ ਡਾਕਟਰ ਰੱਖਦੇ ਨੇ। ਰਾਣੂ ਸਾਹਿਬ ਕੀ ਇਹ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਰਾਮਦੇਵ ਜੀ ਨੇ? ਉਹਨਾਂ ਨੇ ਕੀਤੀਆਂ ਹੀ ਨਹੀਂ। ਇਹ ਤਾਂ ਸੈਂਟਰ ਦੀਆਂ ਹਦਾਇਤਾਂ ਨੇ। ਇਹਨਾਂ ਨੇ ਤਾਂ ਉੱਤਰਾਖੰਡ ਤੋਂ ਇੱਕ ਦਵਾਈ ਬਣਵਾ ਲਈ, ਉੱਥੋਂ ਰਜਿਸਟ੍ਰੇਸ਼ਨ ਕਰਾ ਕੇ ਮੁੜ ਕੇ ਉਹਦਾ ਪ੍ਰਚਾਰ ਕਰ ਦਿੱਤਾ। ਕਾਰਵਾਈ ਹੋਊਗੀ ਰਾਮਦੇਵ ਜੀ ਤੇ ਜੇ ਉਲੰਘਣਾ ਕਰਦੇ ਹੁਣ? ਬਿਲਕੁਲ ਹੋਣੀ ਬਣਦੀ ਹੈ। ਕਈ ਸਟੇਟਾਂ 'ਚ ਜਿਹੜੀ ਦੇਖੋ ਸਭ ਤੋਂ ਪਹਿਲਾਂ ਕਾਰਵਾਈ ਬਣਦੀ ਹੈ ਕਿ ਇਹਨੂੰ ਪ੍ਰਚਾਰ ਨੂੰ ਰੋਕਣ ਦੀ। ਉਹ ਗਵਰਨਮੈਂਟ ਨੇ ਕਰਤੀ, ਅਸੀਂ ਗਵਰਨਮੈਂਟ ਨੂੰ ਜਗਾਤਾ, ਦੱਸਤਾ, ਗਵਰਨਮੈਂਟ ਨੇ ਐਕਸ਼ਨ ਲੈ ਲਿਆ, ਔਰ ਉਹਨਾਂ ਨੇ ਹੁਣ ਇਹਨਾਂ ਦਾ ਸਾਰਾ ਕੁਝ ਮੰਗਾ ਲਿਆ। ਗਵਰਨਮੈਂਟ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ। ਸੈਕੰਡ ਐਕਸ਼ਨ ਇਹ ਹੈ, ਅਗਰ ਕਿਤੇ ਦਵਾਈ ਵਿਕਦੀ ਹੈ ਤਾਂ ਉੱਤੇ ਪਰਚਾ ਦਰਜ ਹੋਏਗਾ ਬਕਾਇਦਾ। ਔਰ ਮੈਂ ਤੁਹਾਡੇ ਮਾਧਿਅਮ ਦੇ ਜ਼ਰੂਰ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦਾ ਕਿ ਅਗਰ ਕਿਤੇ ਵੀ ਵਿਕਦੀ ਹੈ ਦਵਾਈ ਇਹਨਾਂ ਦੀ, ਤਾਂ ਤੁਰੰਤ ਜਿਹੜੇ ਲਾਇਸੈਂਸਿੰਗ ਅਥਾਰਟੀਜ਼ ਨੇ ਉਹ ਉੱਥੋਂ ਦੇ ਉਹਨਾਂ ਨੂੰ ਸੀਲ ਕਰਨ। ਜਿਹੜੇ ਉਹਨਾਂ ਦੇ ਸੈਂਟਰ ਬਣੇ ਹੋਏ ਆ, ਆਊਟਲੈਟਸ ਨੇ ਬਾਬਾ ਰਾਮਦੇਵ ਦੇ, ਕਿਉਂਕਿ ਬਾਬਾ ਰਾਮਦੇਵ ਦੀ ਫੋਲੋਇੰਗ ਅੰਨ੍ਹੇਵਾਹ, ਇਹਨਾਂ ਦੇ ਪਿੱਛੇ ਲੱਗੂ ਬਹੁਤ ਨੇ। ਔਰ ਅੰਨ੍ਹੇਵਾਹ ਜਦੋਂ ਕਿਸੇ ਬਾਬੇ ਦੇ ਪ੍ਰਚਾਰ ਹੁੰਦਾ ਹੋਵੇ ਜਿਹਦੇ ਤੇ ਲੋਕ ਰੱਬ ਵਾਂਗੂ ਵਿਸ਼ਵਾਸ ਕਰਦੇ ਹੋਣ, ਉੱਥੇ ਕਈ ਵਾਰ ਇੱਦਾਂ ਦੇ ਹਾਦਸੇ ਹੋਣ ਦਾ ਡਰ ਹੁੰਦਾ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਠੀਕ ਹੈ ਨਾ। ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ, ਦੇਖੋ ਜਦੋਂ ਸਾਨੂੰ ਇਹ ਹੋ ਜਾਵੇ ਨਾ ਕਿ ਸਾਡੇ ਕੋਲ ਇਲਾਜ ਹੈਗਾ ਕਿਸੇ ਬਿਮਾਰੀ ਦਾ, ਤਾਂ ਆਪਾਂ ਅਵੇਸਲੇ ਹੋ ਜਾਂਦੇ ਹਾਂ, ਔਰ ਅਵੇਸਲੇ ਹੋ ਕੇ ਅਸੀਂ ਘੋਲ ਕਰ ਜਾਂਦੇ ਹਾਂ। ਅਸੀਂ ਸੋਚਦਾ ਕੋਈ ਗੱਲ ਨਹੀਂ, ਜੇ ਹੋ ਜੂ ਸਾਡੇ ਕੋਲ ਦਵਾਈ ਹੈ। ਤੇ ਉਹ ਅਵੇਸਲੇਪਣ ਦੇ ਵਿੱਚ ਇਹ ਜਿਹੜੀ ਇੱਕ ਲਾਈਫ ਮਹਾਮਾਰੀ ਹੋਰ ਵਧੂਗੀ ਨਾ, ਲਾਈਫ ਥ੍ਰੈਟ ਵੀ ਹੈ ਜੀ, ਲਾਈਫ ਥ੍ਰੈਟ ਵੀ ਹੈ। ਰਾਣੂ ਸਾਹਿਬ ਦੂਜੀ ਗੱਲ ਹੈ ਕਿ ਜਿਹੜੇ ਰਾਮਦੇਵ ਜੀ ਨੇ ਉਹ ਤਾਂ ਮੋਦੀ ਜੀ ਦੇ ਬਹੁਤ ਨੇੜੇ ਨੇ। ਜੇ ਅੱਜ ਤੱਕ ਰਾਣੂ ਵਰਗੇ ਡਾਕਟਰ ਨੇ ਮੈਡੀਸਨ ਬਣਾਈ ਹੁੰਦੀ, ਉਹ ਤਾਂ ਰੀਅਲ ਹੀ ਹੁੰਦੀ, ਪਰ ਹੁਣ ਤੱਕ ਕਾਰਵਾਈ ਹੋਦੀ ਨਹੀਂ ਹੁੰਦੀ ਸੀ। ਹੁਣ ਤੱਕ ਮੈਨੂੰ ਲੱਗਦਾ ਦੇਖੋ ਕਾਰਵਾਈ ਦੇ ਵੀ ਕੁਝ ਸਟੈਪਸ ਨੇ ਜਿਹੜੇ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪਹਿਲਾ ਸਟੈਪ ਹੈਗਾ ਉਹਨੂੰ ਰੋਕਣਾ। ਸਰਕਾਰ ਦੀ ਜ਼ਿੰਮੇਵਾਰੀ, ਉਹ ਸਰਕਾਰ ਨੇ ਰੋਕਤਾ। ਦੂਸਰਾ, ਸਰਕਾਰ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਇਹਨਾਂ ਕੋਲ ਸਾਰੀਆਂ ਹੈਗੀਆਂ ਕਿ ਨਹੀਂ ਹੈਗੀਆਂ ਜਿਹੜੀਆਂ ਪਰਮਿਸ਼ਨਾਂ ਸੀ। ਤੀਸਰਾ ਸਟੈਪ ਹੈਗਾ ਕਿ ਉਹਦੀ ਸੇਲ, ਅਗਰ ਸੇਲ ਕਿਤੇ ਹੋ ਰਹੀ ਹੈ ਤਾਂ ਉਹਦੇ ਤੇ ਪਰਚਾ ਦਰਜ ਹੋਏਗਾ। ਸੋ ਇਹ ਉਹਦਾ ਤਰੀਕਾ ਹੈ, ਉਹਦੇ ਤਰੀਕੇ ਦੇ ਅਨੁਕੂਲ ਸਰਕਾਰ ਨੇ ਕਾਰਵਾਈ ਕਰਨੀ। ਜੇ ਕਿਸੇ ਆਮ ਬੰਦੇ ਨੇ ਸੋਸ਼ਲ ਮੀਡੀਆ ਤੇ ਗੱਲ ਵੀ ਕਹੀ ਹੁੰਦੀ ਤਾਂ ਪਰਚਾ ਦਰਜ ਹੋ ਜਾਂਦਾ। ਦੇਖੋ ਆਮ ਦੇ ਵਿੱਚ ਤਾਂ ਨੀਟੂ ਸ਼ਟਰਾਂ ਵਾਲੇ ਤੇ ਮੈਂ ਕਹਿ ਰਿਹਾ ਵੀ ਆਮ ਬੰਦੇ ਵਾਸਤੇ ਕਾਨੂੰਨ ਹੈ, ਬਾਬੇ ਰਾਮਦੇਵ ਵਾਸਤੇ ਕਾਨੂੰਨ ਨਹੀਂ। ਬਿਲਕੁਲ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਜੇ ਨੀਟੂ ਸ਼ਟਰਾਂ ਵਾਲੇ ਤੇ ਪਰਚਾ ਦਰਜ ਹੋ ਸਕਦਾ ਚਟਨੀ ਵੇਚਣ ਤੇ ਐਲਾਨ ਕਰਨ ਤੇ ਚਟਨੀ ਦਾ ਕਿ ਮੇਰੇ ਕੋਲ ਕਰੋਨਾ ਦੀ ਦਵਾਈ ਹੈ, ਤਾਂ ਬਾਬਾ ਰਾਮਦੇਵ ਤੇ ਕਿਉਂ ਨਹੀਂ ਹੋ ਸਕਦਾ? ਹੋਣਾ ਚਾਹੀਦਾ। ਸਹਿਮਤ ਹੋ ਵੀ ਬਾਬਾ ਰਾਮਦੇਵ ਤੇ ਪਰਚਾ ਦਰਜ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ ਪਰਚਾ। ਰਾਮਦੇਵ ਦੀ ਕੰਪਨੀ ਤੇ ਪਰਚਾ ਹੋਣਾ ਚਾਹੀਦਾ। ਜਿਹੜੇ ਡਾਇਰੈਕਟਰਸ ਨੇ ਆਪੇ ਅਰੈਸਟ ਕਰਕੇ ਗਵਰਨਮੈਂਟ ਨੂੰ ਅੰਦਰ ਕਰਨੇ ਚਾਹੀਦੇ। ਜੀ ਰਾਣੂ ਸਾਹਿਬ ਤੁਸੀਂ ਹੋਮਿਓਪੈਥੀ ਡਾਕਟਰ ਹੋ, ਬਹੁਤ ਵਧੀਆ। ਕੀ ਸੀ ਕਰੋਨਾ ਐਕਚੁਅਲ ਦੇ ਵਿੱਚ, ਕਿਉਂਕਿ ਤੁਹਾਡਾ ਜ਼ਿਆਦਾ ਰਿਸਰਚ ਹੋਏਗੀ ਤੇ ਤੁਹਾਡੇ ਕੋਲ ਪੇਸ਼ੈਂਟ ਵੀ ਆਏ ਹੋਣਗੇ, ਇੱਦਾਂ ਦਾ ਕੁਝ ਕੀ ਸੀ, ਅਸਲ ਕੀ ਹੈ? ਦੇਖੋ ਕਰੋਨਾ ਇੱਕ ਐਸਾ ਵਾਇਰਸ ਹੈ ਕਿ ਜਿਹਦੇ ਬਾਰੇ ਹਲੇ ਤੱਕ ਪੂਰੀ ਪੜਚੋਲ ਨਹੀਂ ਹੋ ਪਾਈ ਹੈ, ਤੇ ਰਿਸਰਚ ਦੇ ਅੰਡਰ ਹੀ ਹੈ, ਔਰ ਇੱਕ ਮਿਸਟਰੀ ਹੈ, ਇੱਕ ਮਤਲਬ ਬਹੁਤ ਵੱਡਾ ਕਹਿ ਲਓ ਇੱਕ ਹਲੇ ਉਹਦੇ ਤੇ ਖੋਜ ਦਾ ਇੱਕ ਰੀਜ਼ਨ ਹੈਗਾ, ਉਹ ਸਬਜੈਕਟ ਹੈ। ਸੋ ਕਰੋਨਾ ਇਸ ਕਰਕੇ ਇਹਨੂੰ ਕਿਹਾ ਜਾਂਦਾ ਵਾਇਰਸ ਨੂੰ ਕਿਉਂਕਿ ਇਹਦੇ ਉੱਪਰ ਜਿੱਦਾਂ ਆਪਣੇ ਮੁਕਟ ਹੁੰਦਾ ਉਸ ਤਰ੍ਹਾਂ ਦੇ ਇਹਦੇ 'ਚ ਸਪਾਈਕਸ ਨਿਕਲਦੀਆਂ ਨੇ, ਤਾਂ ਕਰਕੇ ਇਹਦਾ ਨਾਮ ਕਰੋਨਾ ਰੱਖਿਆ ਗਿਆ। ਕਰਾਊਨ ਲਾਈਕ ਇਹਦੀ ਪਿਕਚਰ ਹੈ, ਔਰ ਇਹਦੀਆਂ ਬਕਾਇਦਾ ਮੇਨ
1960 ਦੇ ਵਿੱਚ ਕਰੋਨਾ ਜਿਹੜਾ ਡਿਸਕਵਰ ਹੋ ਚੁੱਕਿਆ ਸੀਗਾ ਔਰ ਅੱਜ ਕਰੋਨਾ ਅੱਜ ਦਾ ਨਹੀਂ ਹੈਗਾ, ਪਰ ਉਹਦੀਆਂ ਉਦੋਂ 4 ਕਿਸਮਾਂ ਸੀਗੀਆਂ, ਅਲਫਾ, ਬੀਟਾ, ਡੈਲਟਾ, ਗਾਮਾ, ਇਹ ਸਾਰੀਆਂ ਸੀ, ਗਾਮਾ, ਬੀਟਾ, ਅਲਫਾ, ਡੈਲਟਾ। ਔਰ ਇਹ ਜਿਹੜੀਆਂ ਕਿਸਮਾਂ ਸੀ ਇਹਨਾਂ ਨਾਲ ਨਾਰਮਲ ਫਲੂ ਹੋ ਜਾਂਦੇ ਸੀਗੇ, ਖੰਘ ਜ਼ੁਕਾਮ ਹੋ ਗਿਆ, ਵਾਇਰਲ ਹੋ ਗਿਆ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ। ਫਿਰ ਇਹ ਸਾਰਸ ਦੇ ਰੂਪ ਦੇ ਵਿੱਚ ਆਇਆ ਜਿਹਨੂੰ ਸੀਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ ਕਹਿੰਦੇ ਆ। ਉਸ ਤੋਂ ਬਾਅਦ ਫਿਰ MERS ਬਣ ਗਿਆ, ਇਹ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਬਣ ਗਿਆ। 2019 ਦੇ ਵਿੱਚ ਆਇਆ ਤਾਂ ਕੋਵਿਡ-19 ਹੋ ਗਿਆ ਤੇ ਹੁਣ ਇਹਨੂੰ ਕਰੋਨਾ ਦੇ ਨਾਮ ਤੇ ਕਹਿ ਰਹੇ ਆ ਕਿਉਂਕਿ ਜਨਰਲ ਕਰੋਨਾ ਟਰਮ ਜਨਰਲ ਹੈ ਔਰ ਕੋਵਿਡ-19 ਜਿਹੜੀ ਹੈ ਇਹਦਾ ਨਾਮ ਹੈਗਾ ਜਾਂ ਨੋਵਲ ਕਰੋਨਾ ਵੀ ਕਿਹਾ ਜਾਂਦਾ ਹੈਗਾ। ਸੋ ਇਹਦੇ ਵਿੱਚ ਕੀ ਹੈ, ਇਹ ਜ਼ੂਨੋਟਿਕ ਵਾਇਰਸ ਆ। ਜ਼ੂਨੋਟਿਕ ਵਾਇਰਸ ਕੀ ਹੁੰਦਾ, ਜਦੋਂ ਕਿਸੇ ਜਾਨਵਰ ਦੇ ਵਿੱਚੋਂ ਵਾਇਰਸ ਇਨਸਾਨਾਂ ਦੇ ਵਿੱਚ ਟਰੈਵਲ ਕਰਦਾ। ਇਹ ਸਭ ਤੋਂ ਪਹਿਲਾਂ ਉਹਦੇ ਬੈਟ ਦੇ ਵਿੱਚ ਸੀ ਜਿਹਨੂੰ ਚਮਗਾਦੜ ਕਹਿੰਦੇ ਆ, ਚਮਗਾਦੜਾਂ ਦੇ ਵਿੱਚ ਪਾਇਆ ਜਾਂਦਾ ਸੀਗਾ ਇਹ। ਉਹ ਚਮਗਾਦੜਾਂ ਨੂੰ ਸੱਪਾਂ ਨੇ ਖਾ ਲਿਆ। ਪੈਂਥੋਲਿਨ ਸਨੇਕ ਸੀ ਜਿਹੜਾ ਚਾਈਨਾ ਦੇ ਵਿੱਚ, ਉਹਨੇ ਖਾਇਆ। ਫਿਰ ਪੈਂਥੋਲਿਨ ਸਨੇਕ ਜਿਹੜਾ ਹੈਗਾ ਉਹ ਆਮ ਤੌਰ ਤੇ ਉੱਥੇ ਇਨਸਾਨ ਲੋਕ ਖਾਂਦੇ ਨੇ, ਚੀਨੀ ਖਾਂਦੇ ਨੇ ਉਹਨੂੰ, ਉੱਥੋਂ ਫਿਰ ਇਹ ਇਨਸਾਨਾਂ ਦੇ ਵਿੱਚ ਵਾਇਰਸ ਆ ਗਿਆ। ਇਸ ਤਰ੍ਹਾਂ ਇਹਦਾ ਸਪਰੈਡ ਹੋਇਆ ਹੈਗਾ ਜਿਹੜਾ ਕਰੋਨਾ ਵਾਇਰਸ ਦਾ। ਜੀ ਰਾਣੂ ਸਾਹਿਬ, ਕੀ ਹੋ ਰਿਹਾ ਕਿ ਮੋਸਟਲੀ ਜਿਹੜੇ ਕੇਸ ਨੇ ਬਹੁਤ ਨਿਕਲ ਕੇ ਆ ਰਹੇ ਨੇ ਖੰਘ ਜ਼ੁਕਾਮ ਵਾਲੇ, ਜਿੱਥੋਂ ਪਤਾ ਲੱਗਦਾ ਵੀ ਜੇ ਖੰਘ ਜ਼ੁਕਾਮ ਵਾਲਾ ਬੰਦਾ ਤਾਂ ਮੋਸਟਲੀ ਉਹਨਾਂ ਨੂੰ ਜਿਹੜਾ ਕਰੋਨਾ ਆ ਜਾਂਦਾ। ਦੇਖੋ ਇੱਥੇ ਕਈ ਗੱਲਾਂ ਨੇ, ਮੇਰੀ ਆਪਣੀ ਇੱਕ ਆਬਜ਼ਰਵੇਸ਼ਨ ਹੈ ਇਹਦੇ ਤੇ ਜੋ ਮੈਂ ਦੱਸਣੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਕਿ ਜਿਹੜੀਆਂ ਇਹ ਟੈਸਟ ਹੋਏ ਨੇ ਕੋਵਿਡ ਦੇ, ਇਹ ਟੈਸਟ ਜਦੋਂ ਕਰਦੇ ਨੇ ਤਾਂ ਉਸ ਵੇਲੇ ਮਤਲਬ ਕਿ ਐਂਟੀਜਨ ਐਂਟੀਬਾਡੀ ਰਿਐਕਸ਼ਨਸ ਹੁੰਦੇ ਆ ਬਾਡੀ ਦੇ ਵਿੱਚ ਸਾਡੀ, ਤੇ ਉਹ ਟੈਸਟਾਂ ਦੇ ਜਿਹੜੀਆਂ ਕਿੱਟਾਂ ਨੇ ਜਦੋਂ ਟੈਸਟ ਕਰਦੇ ਆ ਤਾਂ ਉੱਥੇ ਜਦੋਂ ਕੋਈ ਐਂਟੀਜਨ ਬਾਡੀ ਦੇ ਅੰਦਰ ਕੋਈ ਪੁਰਾਣਾ ਵਾਇਰਲ ਇਨਫੈਕਸ਼ਨ ਵੀ ਬਾਡੀ ਦੇ ਵਿੱਚ ਕੋਈ ਰਹੀ ਹੋਵੇ, ਵੱਡੀ ਇਨਫੈਕਸ਼ਨ ਜਿਹਨੂੰ ਕਹਿ ਸਕਦੇ, ਤਾਂ ਉੱਥੇ ਵੀ ਇਹ ਫਾਲਸ ਪੋਜ਼ਿਟਿਵ ਵੀ ਦੇ ਦਿੰਦਾ ਹੈਗਾ। ਸੋ ਤੁਸੀਂ ਦੇਖਿਆ ਹੋਣਾ ਪਹਿਲਾਂ ਕਿੱਟਾਂ ਕਿੰਨੀਆਂ ਇਹਨਾਂ ਨੇ ਬੰਦ ਵੀ ਕਰਾਈਆਂ, ਰੋਕ ਵੀ ਲਾਈ ICMR ਨੇ ਕਿ ਇਹਨਾਂ ਨੂੰ, ਜਦੋਂ ਚਾਈਨਾ ਤੋਂ ਸਾਡੇ ਕੋਲ ਕਿੱਟਾਂ ਆਈਆਂ ਸੀ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਵਾਇਰਸ ਨੇ ਇਹ ਜਿਸ ਤਰ੍ਹਾਂ ਹੁਣ ਕਿਸੇ ਨੂੰ ਕਾਲਾ ਪੀਲੀਆ ਹੋਇਆ, ਕਿਸੇ ਨੂੰ ਏਡਸ ਹੋਈ ਹੈ ਪੇਸ਼ੈਂਟ ਨੂੰ, ਉਹਨੂੰ ਹੋ ਕੇ ਠੀਕ ਹੋ ਗਈ। ਹੁਣ ਟਾਈਫਾਇਡ ਪੇਸ਼ੈਂਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਟਾਈਫਾਇਡ 2 ਸਾਲ ਤੱਕ ਪੋਜ਼ਿਟਿਵ ਆਉਂਦਾ ਰਹਿੰਦਾ, ਚਾਹੇ ਟਾਈਫਾਇਡ ਠੀਕ ਵੀ ਹੋ ਗਿਆ ਹੋਵੇ। ਉੱਥੇ ਕੀ ਹੈ, ਬਾਡੀ ਦੇ ਵਿੱਚ ਐਂਟੀਬਾਡੀਜ਼ ਬਣ ਗਈਆਂ ਹੈਗੀਆਂ ਉਹਦੀਆਂ, ਤਾਂ ਉਹ ਜਦੋਂ ਰਿਐਕਸ਼ਨ ਕੋਈ ਕਰਦੇ ਆ ਉਹਦੇ ਨਾਲ ਟੈਸਟ ਕਰਦੇ ਨੇ ਤਾਂ ਉਹ ਪੋਜ਼ਿਟਿਵ ਦੇ ਦਿੰਦਾ ਹੈਗਾ। ਇਵੇਂ ਜਿਵੇਂ ਕਾਲਾ ਪੀਲੀਆ ਦਾ ਪੇਸ਼ੈਂਟ ਠੀਕ ਵੀ ਹੋ ਜਾਂਦਾ, ਰਿਜ਼ੋਲਵ ਹੋ ਜਾਂਦਾ ਉਹਦਾ, ਲੇਕਿਨ ਉਹ ਸਕਰੀਨਿੰਗ 'ਚ ਪੋਜ਼ਿਟਿਵ ਆ ਜਾਂਦਾ ਹੈਗਾ। ਸਿਮਿਲਰਲੀ ਏਡਸ ਦਾ ਪੇਸ਼ੈਂਟ ਉਹ ਕਦੇ ਹੋ ਸਕਦਾ ਲਾਈਫ ਲੌਂਗ ਹੀ ਸਕਰੀਨਿੰਗ ਪੋਜ਼ਿਟਿਵ ਦਿੰਦਾ ਰਹੇ, ਭਾਵੇਂ ਉਹ ਠੀਕ ਵੀ ਹੋ ਗਿਆ ਹੋਵੇ। ਸੋ ਇੱਦਾਂ ਦੇ ਇਸ ਜਿਹੜੀ ਬਿਮਾਰੀ ਹੈ ਜਿਹਦੇ ਬਾਰੇ ਹਲੇ ਪਤਾ ਹੀ ਨਹੀਂ ਵਾਇਰਸ ਬਾਰੇ ਕੁਝ ਵੀ, ਤੇ ਉੱਥੇ ਪੋਜ਼ਿਟਿਵ ਆਉਣਾ ਡਜ਼ਨਟ ਮੀਨ ਕਿ ਉਹ ਬੰਦਾ ਵਾਕਈ ਪੋਜ਼ਿਟਿਵ ਹੀ ਹੋ ਗਿਆ ਹੈਗਾ। ਤੇ ਉੱਥੇ ਕਈ ਵਾਰ ਕੀ ਹੁੰਦਾ, ਬੰਦੇ ਨੂੰ ਬਿਮਾਰੀ ਨਹੀਂ ਹੁੰਦੀ ਜਾਂ ਬਿਮਾਰੀ ਹੈ ਵੀ, ਸਿੰਪਟਮ ਫਰੀ ਹੈ ਪੇਸ਼ੈਂਟ, ਸਿੰਪਟਮ ਹੋਇਆ ਹੀ ਨਹੀਂ, ਏਸਿਮਟੋਮੈਟਿਕ ਹੈ, ਉੱਥੇ ਉਹ ਕੈਰੀਅਰ ਬਣ ਸਕਦਾ। ਸੋ ਇਹ ਇੱਕ ਬਹੁਤ ਵੱਡਾ ਰਿਸਰਚ ਦਾ ਇਸ਼ੂ ਹੈ। ਸੋ ਇਹਦੇ ਤੇ ਮਤਲਬ ਕਿ ਮੈਂ ਓਪਨਲੀ ਇਹ ਨਹੀਂ ਕਹਿ ਸਕਦਾ ਕਿ ਕਰੋਨਾ ਜਿਸ ਨੂੰ ਹੋ ਗਿਆ ਤਾਂ ਉਹ ਮਤਲਬ ਵਾਕਈ ਪੱਕਾ ਕਰੋਨਾ ਪੇਸ਼ੈਂਟ ਹੀ ਆ। ਕਈ ਵਾਰ ਉਹ ਏਸਿਮਟੋਮੈਟਿਕ ਹੋ ਕੇ ਠੀਕ ਵੀ ਹੋ ਜਾਂਦਾ। ਤੇ ਔਰ ਕਈ ਵਾਰ ਜਿੱਥੇ ਵੀ ਕਿਤੇ, ਇੱਕ ਗੱਲ ਮੈਂ ਤੁਹਾਨੂੰ ਹੋਰ ਚਾਨਣਾ ਪਾਉਣਾ ਚਾਹੁੰਦਾ ਕਿ ਪਿੱਛੇ ਹਾਲ ਹੀ ਦੇ ਵਿੱਚ ਸਾਡੇ ਹੈਲਥ ਸੈਕਟਰੀ ਸਾਹਿਬ ਨੇ ਇੱਕ ਪ੍ਰੈਸ ਸਟੇਟਮੈਂਟ ਵੀ ਦਿੱਤੀ ਸੀ ਔਰ ਟ੍ਰਿਬਿਊਨ ਨੇ ਬੜਾ ਵੱਡਾ ਲੇਖ ਲਾਇਆ ਸੀ ਕਿ ਆਡਿਟ ਆਫ ਕਰੋਨਾ। ਉਹਦੇ 'ਚ ਉਹਨਾਂ ਨੇ ਦਿੱਤਾ ਸੀ ਕਿ ਜਿੰਨੇ ਵੀ ਪੇਸ਼ੈਂਟ ਇਸ ਕਰੋਨਾ ਦੇ ਪੀਰੀਅਡ ਦੇ ਵਿੱਚ ਮਰ ਰਹੇ ਨੇ ਉਹਨਾਂ ਦਾ ਡਾਟਾ ਕਲੈਕਟ ਕਰਕੇ ਉਹਨਾਂ ਨੇ ਸਟੱਡੀ ਕਰਕੇ ਇੱਕ ਰਿਪੋਰਟ ਦਿੱਤੀ ਸੀ ਕਿ ਜ਼ਿਆਦਾਤਰ ਲੋਕ ਉਹ ਮਰ ਰਹੇ ਨੇ ਜਿਨ੍ਹਾਂ ਨੂੰ ਅੰਡਰਲਾਈਂਗ ਹੋਰ ਬਿਮਾਰੀਆਂ ਨੇ, ਜਿਨ੍ਹਾਂ ਨੂੰ ਕਰੋਨਾ ਨਾਲ ਡੈਥ ਨਹੀਂ ਹੋ ਰਹੀ। ਜਿਵੇਂ ਕਰੋਨਾ ਜਿਹਨੂੰ ਹੋ ਗਿਆ ਉਸ ਤੋਂ ਬਾਅਦ ਜੇ ਉਹ ਹਾਰਟ ਪੇਸ਼ੈਂਟ ਹੈ ਜਾਂ ਉਹ ਕਿਡਨੀ ਪੇਸ਼ੈਂਟ ਹੈ, ਅਦਰ ਬਿਮਾਰੀਆਂ ਨੇ, ਲਿਵਰ ਪੇਸ਼ੈਂਟ ਹੈ, ਉਹਦੀ ਉਹ ਬਿਮਾਰੀ ਐਗਰੇਵੇਟ ਹੋ ਜਾਂਦੀ ਹੈ, ਵੱਧ ਜਾਂਦੀ ਹੈ ਤੇ ਡੈਥ ਉਹਦੇ ਕਾਰਨ ਉਹ ਬਣਦਾ। ਪਰ ਲੇਕਿਨ ਉਹਨਾਂ ਨੂੰ ਲਿਖਣਾ ਪੈਂਦਾ ਕਿ ਕੋਵਿਡ ਡੈਥ ਹੈ, ਚਾਹੇ ਉਹ ਰੀਜ਼ਨ ਹੋਰ ਆ, ਪਰ ਹੁਣ ਤਾਂ ਕਲੌਜ਼ ਆ ਗਿਆ ਸੈਪਰੇਟ ਵੀ ਕਿ ਦੂਸਰਾ ਕਾਰਨ ਕੀ ਸੀ ਉਹ ਵੀ ਦੱਸਿਆ ਜਾਵੇ। ਸੋ ਇਸ ਤਰ੍ਹਾਂ ਕਰੋਨਾ ਦੀਆਂ ਜਿਹੜੀਆਂ ਡੈਥਸ ਨੇ ਉਹ ਰੇਅਰ ਹੋਈਆਂ ਨੇ, ਬਹੁਤ ਘੱਟ ਹੋਈਆਂ ਨੇ ਹਾਲੇ ਤੱਕ। ਸਾਡੇ ਪੰਜਾਬ ਦੇ ਵਿੱਚ ਤਾਂ ਕੈਪਟਨ ਸਾਹਿਬ ਨੇ ਮਿਸ਼ਨ ਫਤਿਹ ਲੈ ਕੇ ਉਹ ਚੱਲੇ ਨੇ ਔਰ ਇਸ ਮਿਸ਼ਨ ਫਤਿਹ ਦੇ ਵਿੱਚ ਕਾਫੀ ਹੱਦ ਤੱਕ ਸਾਡਾ ਜਿਹੜਾ ਟਾਈਮਲੀ ਲਾਕਡਾਊਨ ਤੇ ਟਾਈਮਲੀ ਕਰਫਿਊ ਲਾਏ ਗਏ, ਉਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ ਬਚਾਉਣ ਦੇ ਵਿੱਚ ਬਹੁਤ ਮੈਂ ਉੱਥੇ ਆਵਾਂ ਕਿ ਕਾਮਯਾਬ। ਇੱਕ ਪਾਸੇ ਜਿਹੜਾ ਮਿਸ਼ਨ ਫਤਿਹ ਚੱਲ ਰਿਹਾ, ਕੀ ਕਰੋਨਾ ਖਤਮ ਹੋ ਗਿਆ ਵੀ ਇਹਨਾਂ ਨੇ ਮਿਸ਼ਨ ਫਤਿਹ ਦਾ ਨਾਮ ਦਿੱਤਾ? ਨਹੀਂ, ਦੇਖੋ ਕਰੋਨਾ ਖਤਮ ਨਹੀਂ ਹੋ ਗਿਆ, ਪਰ ਮਿਸ਼ਨ ਫਤਿਹ ਇੱਕ ਨਾਮ ਦੇਤਾ, ਠੀਕ ਹੈ, ਸਾਡਾ ਮਿਸ਼ਨ ਹੈ ਕਿ ਅਸੀਂ ਫਤਿਹ ਕਰਨਾ। ਹਲੇ ਮਿਸ਼ਨ ਫਤਿਹ ਨਹੀਂ ਹੋਇਆ ਹੈਗਾ, ਇਹ ਮੈਂ ਸਾਫ਼ ਕਹਿਣਾ ਚਾਹੁੰਦਾ, ਚਾਹੇ ਸਰਕਾਰ ਕਿਸੇ ਭਰਮ 'ਚ ਵੀ ਹੋਵੇ, ਪਰ ਹਲੇ ਮਿਸ਼ਨ ਫਤਿਹ ਨਹੀਂ ਹੋਇਆ। ਹਲੇ ਤਾਂ ਮਿਸ਼ਨ ਪਿਆ, ਹਲੇ ਤਾਂ ਮੂਹਰੇ ਸਾਡੇ ਲਈ ਜੰਗ ਲੜਨੀ ਪੈਣੀ ਹੈ ਸਾਨੂੰ। ਜਦੋਂ ਨੂੰ ਇਹ ਕਰੋਨਾ ਨੇ ਫੇਰ ਬਹੁ ਗਿਣਤੀ ਦੇ ਵਿੱਚ ਫੈਲਣਾ, ਜਦ ਹਰਡ ਇਮਿਊਨਿਟੀ ਆਉਣੀ ਆ, ਉਦੋਂ ਤੱਕ ਤਾਂ ਸਾਨੂੰ ਬਹੁਤ ਮਤਲਬ ਕਿ ਸਾਵਧਾਨ ਰਹਿਣ ਦੀ ਲੋੜ ਆ ਔਰ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਬਚਾ ਰੱਖਣਾ। ਰਾਣੂ ਸਾਹਿਬ, ਰੈਲੀਆਂ ਕੱਢੀਆਂ ਜਾ ਰਹੀਆਂ ਨੇ, ਜਿਹੜੀ ਪੁਲਿਸ ਹੈ ਉਹ ਇਸ ਕੰਮ ਤੇ ਲੱਗੀ ਹੋਈ ਹੈ, ਹੁਣ ਪਹਿਲਾਂ ਵੈਸੇ ਲੱਗੀ ਸੀ, ਹੁਣ ਇਸ ਕੰਮ ਤੇ ਲੱਗੀ ਹੈ ਕਿ ਬੈਨਰ ਚੱਕ ਕੇ ਘੁੰਮ ਰਹੇ ਨੇ ਸਾਰੇ ਸਿਪਾਹੀ। ਦੇਖੋ ਜੀ, ਕਹਿੰਦੇ ਹੁੰਦੇ ਨਾ
ਬਿੱਲੀ ਕਬੂਤਰ ਨੂੰ ਜਦੋਂ ਦੇਖਦੀ ਆ ਤੇ ਕਬੂਤਰ ਜੇ ਅੱਖਾਂ ਬੰਦ ਕਰ ਲਵੇ ਤੇ ਕਹੇ ਕਿ ਮੈਨੂੰ ਤਾਂ ਬਿੱਲੀ ਦਿਸੀ ਨਹੀਂ ਰਹੀ ਹੈਗੀ, ਤਾਂ ਇਹ ਉਹ ਗੱਲ ਨਾ ਕਿਤੇ ਹੋ ਜਾਵੇ। ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਅਗਰ ਕਰੋਨਾ ਦਾ ਮਹਾਮਾਰੀ ਦਾ ਖਤਰਾ ਸਾਡੇ ਸਿਰ ਦੇ ਉੱਪਰ ਹੈ ਤਾਂ ਸਾਨੂੰ ਉਹਨੂੰ ਮੰਨ ਲੈਣਾ ਚਾਹੀਦਾ ਕਿ ਸਾਡੇ ਸਿਰ ਤੇ ਖਤਰਾ ਹੈ, ਔਰ ਸਾਨੂੰ ਉਹਦਾ ਬਚਾਅ ਜੋ ਗਾਈਡਲਾਈਨਸ ਨੇ, ICMR ਦੀਆਂ ਗਾਈਡਲਾਈਨਸ ਨੇ, WHO ਦੀਆਂ ਗਾਈਡਲਾਈਨਸ ਨੇ, ਉਹਨਾਂ ਨੂੰ ਮੰਨ ਕੇ ਸਾਨੂੰ ਪ੍ਰੋਪਰਲੀ ਉਹਦੇ ਤੇ ਪੂਰਾ ਕੰਮ ਕਰਨ ਦੀ ਲੋੜ ਹੈ। ਮੇਰਾ ਤੁਹਾਡੇ ਨੂੰ ਰਾਮ ਜੀ ਸਿੱਧਾ ਸਵਾਲ ਹੈ, ਤੁਸੀਂ ਪ੍ਰਧਾਨ ਹੋ ਐਥੀਕਲ ਕਮੇਟੀ ਦੇ ਉੱਪਰ। ਹੁਣ ਕੀ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਪਹਿਲਾਂ ਤਾਂ ਖੰਘ ਜ਼ੁਕਾਮ ਵਾਲਿਆਂ ਨੂੰ ਦਾਖਲ ਹੀ ਨਹੀਂ ਕਰਦੇ, ਉਹ ਐਡਮਿਟ ਨਹੀਂ ਕਰਦੇ ਉਹਨਾਂ ਨੂੰ, ਵੈਸੇ ਹੀ ਉਹਨਾਂ ਨੂੰ ਕੋਵਿਡ-19 ਦਾ ਟੈਸਟ ਲਿਖ ਦਿੰਦੇ ਨੇ। ਜਦੋਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ 1500 ਰੁਪਇਆ ਕਮਿਸ਼ਨ ਹੈ, 45 ਬਸ ਜੋ ਜਦੋਂ ਲਿਖਣਗੇ ਤਾਂ ਜਿੰਨੇ ਟੈਸਟ ਲਿਖਣਗੇ 1500 ਰੁਪਇਆ ਮਿਲੇਗਾ ਪ੍ਰਾਈਵੇਟ ਹਸਪੀਟਲ ਨੂੰ। ਕਿੰਨਾ ਕੁ ਸੱਚ ਹੈ? ਦੇਖੋ, ਇਹ ਇਕੱਲਾ ਕੋਵਿਡ ਦੀ ਗੱਲ ਨਹੀਂ ਹੈਗੀ ਜੀ, ਇਹ ਜੀ ਅਨਐਥੀਕਲ ਪ੍ਰੈਕਟਿਸ ਬਹੁਤ ਦੇਰ ਤੋਂ ਚੱਲ ਰਹੀ ਹੈ, ਔਰ ਇਹਦੇ ਵਿੱਚ ਤੁਸੀਂ ਦੇਖਿਆ ਹੋਗਾ ਕਿ ਹਰ ਤਰ੍ਹਾਂ ਕਿੰਨੀ ਕੁ ਚੰਗੀ ਗੱਲ ਆ ਵੀ ਪ੍ਰਾਈਵੇਟ ਹਸਪੀਟਲ ਮੈਂ ਉੱਥੇ ਆਣਾ ਤੁਹਾਡੀ ਗੱਲ ਤੇ ਆਉਣਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਵਿਸ਼ਵਾਸ ਉੱਠ ਰਿਹਾ ਲੋਕਾਂ ਦਾ ਡਾਕਟਰੀ ਪੇਸ਼ੇ ਤੋਂ। ਡਾਕਟਰੀ ਪੇਸ਼ੇ ਨੂੰ ਲੋਕ ਬੁੱਚੜਖਾਨਾ ਮੰਨਣ ਲੱਗ ਗਏ ਨੇ ਕਿ ਹਸਪੀਟਲਾਂ ਦੇ ਵਿੱਚ, ਵੱਡਿਆਂ ਦੇ ਵਿੱਚ ਖਾਸ ਕਰਕੇ ਜਾਣ ਤੋਂ ਲੋਕ ਡਰਦੇ ਨੇ। ਅੱਜ ਅਸੀਂ ਵੀ ਬੀਇੰਗ ਡਾਕਟਰ ਵੀ, ਜੇ ਸਾਡੇ ਵੀ ਕਦੇ ਛਾਤੀ 'ਚ ਦਰਦ ਹੋਵੇ ਤਾਂ ਅਸੀਂ ਇਸ ਗੱਲੋਂ ਡਰਦੇ ਹਾਂ ਕਿ ਜੇ ਅਸੀਂ ਵੱਡੇ ਹਸਪੀਟਲ ਜਾ ਕੇ ਟੈਸਟ ਕਰਾ ਲਿਆ ਤਾਂ ਉਹਨਾਂ ਨੇ ਕਹਿਣਾ, ਪਹਿਲਾ ਇਸ਼ੂ ਉਹਨਾਂ ਦਾ ਇਹੀ ਹੁੰਦਾ ਕਿ ਕੀ ਤੁਹਾਡਾ ਬੀਮਾ ਹੋਇਆ, ਜੇ ਤੁਹਾਡਾ ਹੈਲਥ ਇੰਸ਼ੋਰੈਂਸ ਹੋਈ ਹੈ ਜਾਂ ਤੁਹਾਡੇ ਕੋਈ ECH ਜਾਂ ਤੁਹਾਨੂੰ ਕੋਈ ਕਿਸੇ ਪਾਸੋਂ ਪੈਸੇ ਆਉਣੇ ਆ ਤਾਂ ਤੁਹਾਨੂੰ ਉਹਨਾਂ ਨੇ ਭਰਮਾ ਕੇ ਕਹਿਣਾ ਜੀ ਤੁਹਾਨੂੰ ਤਾਂ ਮਸਾਂ ਹੀ ਟਾਈਮ ਨਾਲ ਪਹੁੰਚ ਗਏ, ਤੁਹਾਡੇ ਤਾਂ ਸਟੰਟ ਪੈਣਾ ਜੀ, ਤੁਹਾਡੀ ਤਾਂ ਬਾਈਪਾਸ ਹੋਣੀ ਹੈ। ਸੋ ਇਹ ਅਨਐਥੀਕਲ ਪ੍ਰੈਕਟਿਸਿਸ ਬਹੁਤ ਲਗਾਮ ਕਦੋਂ ਲੱਗੂ? ਮੈਂ ਉਸੇ ਗੱਲ ਤੇ ਆਉਣਾ ਕਿ ਅੱਜ ਵੱਡੇ 5 ਸਟਾਰ ਹਸਪੀਟਲਸ, ਮੈਂ ਇਹਨਾਂ ਨੂੰ 5 ਸਟਾਰ ਹਸਪੀਟਲ ਕਹਿੰਦਾ ਕਿਉਂਕਿ ਉੱਥੇ ਫੈਸਿਲਿਟੀਜ਼ 5 ਸਟਾਰ ਦਿੱਤੀਆਂ ਜਾਂਦੀਆਂ ਨੇ, ਔਰ ਉੱਥੇ ਤਕਰੀਬਨ ਕੋਵਿਡ ਵਾਸਤੇ, ਮਹਾਮਾਰੀ ਵਾਸਤੇ ਉਹਨਾਂ ਦੇ ਪੈਕੇਜ ਬਣੇ ਹੋਏ ਆ, ਮੈਨੂ ਬਣਾ ਕੇ ਉਹਨਾਂ ਨੇ ਹਸਪੀਟਲਾਂ ਨੇ ਡਿਸਪਲੇ ਕੀਤੇ। ਇੱਕ ਹਸਪੀਟਲ ਵੱਡਾ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਵਾਇਰਲ ਕੀਤੀ ਵੀਡੀਓ ਤੁਸੀਂ ਆਮ ਦੇਖੀ ਹੋ, ਜਿਹਦੇ 'ਚ ਉਹਨਾਂ ਨੇ ਇੱਕ ਦਿਨ ਦਾ ਲੱਖ ਰੁਪਏ ਤੱਕ ਦਾ ਬਜਟ ਬਣਾਇਆ ਹੋਇਆ ਪੇਸ਼ੈਂਟ ਦਾ, ਤੇ ਨੈਚੁਰਲ ਹੈ ਜੀ 10 ਦਿਨ ਵੀ ਤੁਹਾਨੂੰ ਰਹਿਣਾ ਪੈ ਗਿਆ ਤਾਂ ਤੁਹਾਨੂੰ ਓਬਵੀਅਸਲੀ ਬੜਾ ਮੁਸ਼ਕਿਲ ਹੈ। ਜੀ ਰਾਣੂ ਸਾਹਿਬ, ਗੱਲ ਇਹ ਹੈਗੀ ਹੈ ਕਿ ਇਸ ਟਾਈਮ ਆਰਥਿਕ ਜਿਹੜੀ ਹੈਗੀ ਆ ਦਸ਼ਾ ਜਿਹੜੀ ਹੈਗੀ ਆ ਬਹੁਤ ਮਾੜੀ ਹੋ ਚੁੱਕੀ ਆਰਥਿਕ ਤੌਰ 'ਤੇ, ਕਿਉਂਕਿ ਲਾਕਡਾਊਨ ਜਦੋਂ ਹੋਇਆ ਸੀ 3 ਮਹੀਨੇ ਦਾ, ਤਾਂ ਲੋਕ ਜਿਹੜੇ ਹੈਗੇ ਨੇ ਉਸ 3 ਮਹੀਨੇ ਜੋ ਵੀ ਉਹਨਾਂ ਕੋਲ ਬੈਲੈਂਸ ਸੀ, ਜੋ ਵੀ ਉਹ ਲਾ ਚੁੱਕੇ ਨੇ। ਉਸ ਤੋਂ ਬਾਅਦ ਇਹ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨੇ ਕਿ ਜੇ ਉਹਨੂੰ ਹਸਪੀਟਲ ਜਾਣਾ ਪਵੇ ਤਾਂ ਉਹਦੇ ਵਿੱਚ ਪੈਸਾ ਕਿੱਥੋਂ ਆਏਗਾ ਲਾਉਣ ਵਾਸਤੇ, ਕਿਉਂਕਿ ਕੋਵਿਡ-19 ਦਾ ਟੈਸਟ ਹੈ ਉਹ ਬਹੁਤ ਮਹਿੰਗਾ, 4500 ਰੁਪਏ ਦਾ ਟੈਸਟ ਹੈ ਜਿਹੜਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ, ਕਿਉਂਕਿ ਪੈਸਾ ਹੀ ਹੈ ਨਹੀਂ ਲੋਕਾਂ ਕੋਲ। ਦੂਸਰੀ ਗੱਲ ਮੈਂ ਪੁੱਛਣੀ ਚਾਹਾਂਗਾ ਕਿ ਬਚਾਅ ਕਿਵੇਂ ਕਰ ਸਕਦੇ ਹਾਂ ਅਸੀਂ, ਕਿਉਂਕਿ ਤੁਹਾਡਾ ਤਜਰਬਾ ਹੈ, ਕਿਉਂਕਿ ਡਾਕਟਰ ਹੋ ਤੁਸੀਂ, ਆਪਾਂ ਲੋਕਾਂ ਨੂੰ ਸਾਡੇ ਜਰੀਏ, ਨਿਰਪੱਖ ਫੌਜ ਦੇ ਜਰੀਏ ਤੁਸੀਂ ਦੱਸੋ ਕਿ ਕੀ। ਮੈਂ ਤੁਹਾਨੂੰ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦਿੰਦਾ ਕਿ ਜਿਹੜਾ 4500 ਦੀ ਟੈਸਟ ਦੀ ਗੱਲ ਤੁਸੀਂ ਕਰ ਰਹੇ ਹੋ, ਸਰਕਾਰ ਨੇ ਆਲਰੇਡੀ ਆਪਣੇ ਸਿਵਲ ਹਸਪੀਟਲਸ ਦੇ ਵਿੱਚ CM ਸਾਹਿਬ ਦਾ ਬਿਆਨ ਆਇਆ ਪਰਸੋਂ ਕਿ 20000 ਟੈਸਟ ਪਰ ਡੇ ਕਰਾਂਗੇ, ਤੇ ਕੀ ਲੋੜ ਹੈ ਪ੍ਰਾਈਵੇਟ 'ਚ ਜਾਣ ਦੀ? ਸਰਕਾਰੀ ਹਸਪਤਾਲ 'ਚ ਕਰਾਓ, ਕਿਉਂ ਲੁੱਟ ਹੁੰਨੇ ਆਪਾਂ ਜੀ। ਨੰਬਰ 2, 20000 ਟੈਸਟ ਜਿਹੜੇ ਹੈ ਵੈਸੇ ਤਾਂ ਇਹ ਪੋਸੀਬਲ ਨਹੀਂ ਹੈਗੇ। ਰੀਜ਼ਨ ਕੀ ਹੈ ਕਿ ਹਰ ਬੰਦਾ ਟੈਸਟ ਕਰਾ ਕੇ ਰਾਜੀ ਨਹੀਂ। ਹਰ ਬੰਦੇ ਨੂੰ ਇਹ ਹੁੰਦਾ ਕਿ ਅਗਰ ਮੇਰਾ ਟੈਸਟ ਹੋ ਗਿਆ, ਇੱਕ ਮਨ 'ਚ ਖੌਫ ਹੁੰਦਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁਆਰੰਟਾਈਨ ਹੋਣਾ ਪਊ, ਸਾਡੇ ਤੇ ਜਿਹੜੀਆਂ ਨੇ ਪ੍ਰੈਸ਼ਰ ਬਣ ਜਾਏਗਾ, ਸਾਡੇ ਤੇ ਸਾਰੀਆਂ ਜਿਹੜੀਆਂ ਬੰਦਸ਼ਾਂ ਲੱਗ ਜਾਣਗੀਆਂ। ਪਰ ਮੈਂ ਸਮਝਦਾ ਅਗਰ ਤੁਸੀਂ ਵਾਕਈ ਫੀਲ ਕਰਦੇ ਹੋ ਕਿ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ, ਵਲੰਟਰੀਲੀ ਤੁਹਾਨੂੰ ਟੈਸਟ ਕਰਵਾ ਲੈਣੇ ਚਾਹੀਦੇ ਆ। ਔਰ CM ਸਾਹਿਬ ਦਾ ਇੱਕ ਬੜਾ ਹੀ ਸ਼ਲਾਘਾਯੋਗ ਬਿਆਨ ਆਇਆ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ, ਕਿਉਂਕਿ ਮੈਂ ਪਹਿਲਾਂ CM ਸਾਹਿਬ ਨੂੰ ਵੀ ਲਿਖੀ ਇਹ ਗੱਲ ਕਿ ਫੇਸਬੁੱਕ, ਟਵਿੱਟਰ ਤੇ ਵੀ ਉਹਨਾਂ ਦੇ ਪਾਇਆ ਕਿ ਜਿਹੜੇ 5 ਸਟਾਰ ਹਸਪੀਟਲਸ ਇੱਦਾਂ ਦੇ ਰੇਟਸ ਲਾ ਰਹੇ ਨੇ, ਲਿਸਟ ਲਾ ਰਹੇ ਨੇ, ਇਹ ਇਹਨੂੰ ਰੋਕਿਆ ਜਾਵੇ। ਜਿਸ ਤਰ੍ਹਾਂ ਇੱਕ N95 ਮਾਸਕ ਤੁਸੀਂ ਸੁਣਿਆ ਹੋਣਾ, ਸ਼ੁਰੂ ਦੇ ਵਿੱਚ ਆਇਆ ਕਿ N95 ਮਾਸਕ ਹੀ ਲਾਣਾ ਸਭ ਨੇ ਇਹਦੇ ਲਈ, ਕਰੋਨਾ ਦੇ ਬਚਾਅ ਲਈ, ਤਾਂ ਉਹਦਾ ਜਿਹੜਾ ਮੁੱਲ ਸੀ ਉਹ 60-65 ਰੁਪਏ ਦਾ ਮਾਸਕ ਹੈ, ਔਰ ਉਹਦਾ ਮੁੱਲ 1000 ਰੁਪਏ ਤੱਕ ਹੋ ਗਿਆ ਸੀ, 1500 ਤੱਕ ਮਾਸਕ ਵਿਕਿਆ ਹੈਗਾ। ਸੋ ਗਵਰਨਮੈਂਟ ਨੇ ਉੱਤੇ ਰੋਕ ਲਾਈ ਔਰ ਕਿਹਾ ਕਿ 65 ਰੁਪਏ ਤੋਂ ਵੱਧ ਅਗਰ ਕੋਈ ਵੇਚਦਾ ਫੜਿਆ ਗਿਆ ਤਾਂ ਉੱਤੇ ਪਰਚਾ ਦਰਜ ਹੋਏਗਾ, ਔਰ ਹੋਏ ਵੀ ਆ ਪਰਚੇ। ਸੋ ਇਸੇ ਤਰ੍ਹਾਂ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਤੇ ਬਕਾਇਦਾ ਸਰਕਾਰੀ ਹਸਪਤਾਲਾਂ ਦੇ ਮੁਤਾਬਕ ਦੇ ਰੇਟ ਫਿਕਸ ਕੀਤੇ ਜਾਣ। ਔਰ CM ਸਾਹਿਬ ਨੇ, ਮੈਂ ਐਪਰੀਸ਼ੀਏਟ ਕਰਦਾ ਔਰ ਵਧਾਈ ਦਿੰਦਾ ਕਿ CM ਸਾਹਿਬ ਨੇ ਇੱਕ ਸਟੈਂਡ ਲਿਆ ਹੈਗਾ ਕਿ ਉਹ ਜਲਦੀ ਫਿਕਸ ਕਰ ਰਹੇ ਨੇ ਰੇਟਸ ਇਹਨਾਂ ਦੇ, ਔਰ ਅਗਰ ਉਹ ਰੇਟਸ ਜਿਹੜੇ ਆ ਫਿਕਸ ਹੋ ਜਾਣ ਤਾਂ ਆਮ ਪਬਲਿਕ ਨੂੰ ਬਹੁਤ ਵੱਡੀ ਸਹੂਲਤ ਹੋ ਜਾਏਗੀ, ਕਿਉਂਕਿ ਹਸਪੀਟਲਸ, ਵੱਡੇ ਹਸਪੀਟਲਸ ਬਹੁਤ ਨੇ ਜਿਹੜੇ ਸਾਡੇ ਪੰਜਾਬ ਨੂੰ ਸਾਂਭ ਸਕਦੇ ਨੇ, ਪਰ ਲੇਕਿਨ ਉਹਨਾਂ ਦਾ ਜਿਹੜਾ ਰੇਟਸ ਦਾ, ਖਰਚੇ ਦਾ ਜਿਹੜਾ ਮਾਮਲਾ ਹੈਗਾ ਉਹ ਇੱਕ ਆਮ ਆਦਮੀ ਦੇ ਪਹੁੰਚ ਤੋਂ ਬਾਹਰ ਹੋ ਜਾਂਦਾ। ਡਾਕਟਰ ਸਾਹਿਬ, ਬਚਾਅ ਕਿੱਦਾਂ ਕੀਤਾ ਜਾਂਦਾ? ਬਚਾਅ ਆਪਾਂ ਕਿੱਦਾਂ ਕਰੀਏ ਜੀ? ਦੇਖੋ, ਕਹਿੰਦੇ ਆ ਇਲਾਜ ਨਾਲੋਂ ਜਿਹੜਾ ਬਚਾਅ ਉਹ ਅੱਛਾ ਹੁੰਦਾ,
ਸੋ ਬਚਾਓ ਇਹੀ ਹੈ ਕਿ ਇਸ ਬਿਮਾਰੀ ਦਾ ਸਾਨੂੰ ਪਤਾ ਹੈ ਕਿ ਇਹਦਾ ਵਰਲਡ 'ਚ ਕੋਈ ਇਲਾਜ ਨਹੀਂ, ਕੋਈ ਵੈਕਸੀਨ ਨਹੀਂ ਹੈਗਾ। ਮੈਂ ਤੁਹਾਡੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਕਿ ਇਹਦਾ ਨਾ ਹੋਮਿਓਪੈਥੀ 'ਚ ਕੋਈ ਇਲਾਜ ਹੈ, ਨਾ ਆਯੁਰਵੇਦ ਦੇ ਵਿੱਚ ਕੋਈ ਇਲਾਜ ਹੈ, ਨਾ ਐਲੋਪੈਥੀ 'ਚ ਕੋਈ ਇਲਾਜ ਰਾਮਦੇਵ ਜੀ ਕਿਹੜੀ ਦਵਾਈ ਬਣਾ ਕੇ ਮੈਂ ਉਹੀ ਦੱਸਣਾ ਚਾਹੁੰਦਾ ਕਿ ਇਮਿਊਨਿਟੀ ਬੂਸਟਰ ਜ਼ਰੂਰ ਹੈਗੇ ਆ। ਤਾਂ ਹੀ ਤਾਂ ਸਾਡੀ ਹੋਮਿਓਪੈਥੀ ਦੀ ਜਿਹੜੀ ਐਡਵਾਈਜ਼ਰੀ ਆਈ ਹੈ 29 ਜਨਵਰੀ ਨੂੰ ਗੌਰਮੈਂਟ ਆਫ ਇੰਡੀਆ ਨੇ ਇੱਕ ਆਰਸੈਨਿਕ ਐਲਬਮ 30 ਨਾਮ ਦੀ ਦਵਾਈ ਪ੍ਰਮੋਟ ਕੀਤੀ ਹੈ ਕਿ ਹਰ ਇੱਕ ਸੂਬਾ ਸਰਕਾਰ ਨੂੰ ਕਿਹਾ ਕਿ ਵੰਡੋ, ਔਰ ਇਹ ਦਿੱਤੀ ਹੈ ਲੋਕਾਂ ਨੇ। ਪੰਜਾਬ ਸਰਕਾਰ ਨੇ ਵੀ ਵੰਡੀ ਆ, ਸਰਕਾਰੀ ਡਿਸਪੈਂਸਰੀਆਂ 'ਚ ਵੰਡੀ ਹੈ। ਔਰ ਉਹਦੇ 'ਚ ਸਪੈਸ਼ਲੀ ਇਹ ਮੈਂਸ਼ਨ ਕੀਤਾ ਕਿ ਇਹਨੂੰ ਇਲਾਜ ਨਾ ਸਮਝਿਆ ਜਾਵੇ, ਨਾ ਇਹ ਪ੍ਰੀਵੈਂਟਿਵ ਹੈ, ਨਾ ਇਹ ਕਿਊਰੇਟਿਵ ਹੈ, ਨਾ ਇਹ ਇਲਾਜ ਕਰੇਗੀ, ਨਾ ਇਹ ਮਤਲਬ ਤੁਹਾਡਾ ਬਚਾਅ ਕਰੇਗੀ। ਸਿਰਫ ਇਹ ਹੈ ਕਿ ਇੱਕ ਤੁਹਾਡੀ ਇਮਿਊਨਿਟੀ ਬਾਡੀ ਦੇ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰੇਗੀ, ਜਿਹਦੇ ਨਾਲ ਤੁਸੀਂ ਕਰੋਨਾ ਦੇ ਤੋਂ ਬਚਾਅ ਆਪਦਾ ਕਰ ਸਕਦੇ ਹੋ। ਪਰ ਇਹ ਨਾ ਸੋਚੋ ਕਿ ਤੁਹਾਡਾ ਇਲਾਜ ਹੈ। 100% ਸ਼ੋਰ ਨਾ ਹੋ ਜਾਓ ਕਿ ਤੁਸੀਂ ਤਾਂ ਜੀ ਦਵਾਈ ਖਾ ਲਈ ਤੇ ਤੁਸੀਂ ਪਤਾ ਨਹੀਂ ਕੀ ਅੰਦਰ ਤੁਹਾਡੇ ਤਾਕਤ ਆ ਗਈ ਕਿ ਤੁਸੀਂ ਸੁਪਰਮੈਨ ਬਣ ਗਏ, ਤੁਹਾਨੂੰ ਹੁਣ ਕੋਈ ਅਟੈਕ ਹੀ ਨਹੀਂ ਹੋ ਸਕਦਾ। ਤੇ ਇਹ ਚੀਜ਼ ਦੇ ਬਚਾਅ ਲਈ 2-3 ਗੱਲਾਂ ਜਿਹੜੀਆਂ ਮੇਨ ਨੇ ਉਹ ਇਹੀ ਨੇ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ, ਕਿਉਂਕਿ ਇਹ ਬਿਮਾਰੀ ਜਿਹੜੀ ਹੈ ਇਹ ਨੱਕ ਦੇ ਜ਼ਰੀਏ ਸਾਡੇ ਸਰੀਰ 'ਚ ਵੜਦੀ ਹੈ ਤੇ ਇਹ ਵਾਇਰਸ ਸਾਡੇ ਹੱਥਾਂ ਨਾਲ ਜਾਂ ਜਿਹੜਾ ਐਟਮੋਸਫੀਅਰ ਹੈ ਉਹਦੇ ਥਰੂ ਸਾਡੇ ਅੰਦਰ ਆਉਣੀ ਹੈ। ਤੇ ਸਾਡੇ ਹੱਥ ਜਿਹੜੇ ਨੇ ਇਹ ਸਾਫ਼ ਹੋਣੇ ਚਾਹੀਦੇ। ਆਪਾਂ ਇੱਥੇ ਹੱਥ ਲਾਉਂਦੇ ਹਾਂ, ਨੀਚੇ ਕਿਸੇ ਜਗ੍ਹਾ 'ਤੇ ਲਾਉਂਦੇ ਹਾਂ, ਕੋਈ ਦਰਵਾਜ਼ਿਆਂ ਨੂੰ ਟੱਚ ਕੀਤਾ, ਬਾਹਰ ਗਏ, ਸੀੜੀਆਂ ਨੂੰ ਲੱਗ ਗਏ, ਤੇ ਇਹ ਹੱਥ ਸਾਡੇ ਨੱਕ ਨੂੰ ਲੱਗ ਗਏ, ਮੂੰਹ ਨੂੰ ਲੱਗ ਗਏ ਤਾਂ ਬਿਮਾਰੀ ਅੰਦਰ ਜਾ ਸਕਦੀ ਹੈ। ਸੋ ਉਹਦਾ ਬਚਾਅ ਕੀ ਹੈ? ਉਹਦਾ ਬਚਾਅ ਸਾਡਾ ਮਾਸਕ ਹੈ। ਇਹ ਮਾਸਕ ਹੀ ਰੱਬ ਦਾ ਰੂਪ ਹੈ ਜਿਹਨੇ ਸਾਨੂੰ ਬਚਾਉਣਾ। ਇਹੀ ਸਾਡਾ ਡਾਕਟਰ ਆ, ਇਹੀ ਸਾਡੀ ਦਵਾਈ ਹੈ। ਸਾਨੂੰ ਆਪਣਾ ਮੂੰਹ ਜਿਹੜਾ ਢੱਕ ਕੇ ਰੱਖਣਾ ਚਾਹੀਦਾ ਜਦੋਂ ਵੀ ਘਰੋਂ ਬਾਹਰ ਜਾਂਦੇ ਹਾਂ। ਘਰ ਦੇ ਵਿੱਚ ਘੁੱਟਣ ਰੱਖਣ ਦੀ ਲੋੜ ਨਹੀਂ ਹੈਗੀ ਮਾਸਕ ਨਾਲ, ਕਿਉਂਕਿ ਤੁਹਾਨੂੰ ਆਕਸੀਜਨ ਦੀ ਵੀ ਲੋੜ ਹੈ। ਇਹਨੂੰ ਸਿਰਫ ਉਦੋਂ ਲਾਉਣਾ ਜਦੋਂ ਤੁਸੀਂ ਪਬਲਿਕ 'ਚੋਂ ਜਾਂ ਤੁਸੀਂ ਜਦੋਂ ਬਾਹਰ ਨਿਕਲ ਰਹੇ ਹੋ ਘਰੋਂ, ਤੇ ਇਹਦੇ ਨਾਲ ਤੁਹਾਡਾ ਬਹੁਤ ਮਤਲਬ 90% ਬਚਾਅ ਤੁਹਾਡਾ ਇਕੱਲਾ ਮਾਸਕ ਕਰ ਦਿੰਦਾ। ਹੁਣ ਮਾਸਕ ਦੀ ਗੱਲ ਤੇ ਵੀ ਮੈਂ ਤੁਹਾਨੂੰ ਕਲੈਰਿਟੀ ਦੇਣਾ ਚਾਹੁੰਦਾ। ਕਈ ਵੀਰ ਰੁਮਾਲ ਬੰਨ੍ਹ ਲੈਂਦੇ ਨੇ ਮੂੰਹ 'ਤੇ, ਜਾਂ ਬੀਬੀਆਂ ਚੁੰਨੀਆਂ ਲਪੇਟ ਲੈਂਦੀਆਂ ਨੇ, ਪਰ ਉਹ ਬਿਲਕੁਲ ਗਲਤ ਹੈ। ਹੋਰ ਵੀ ਖਤਰਨਾਕ ਆ, ਕਿਉਂਕਿ ਰੁਮਾਲ ਅਕਸਰ ਕੀ ਹੁੰਦਾ, ਆਪਾਂ ਇੱਕ ਸਾਈਡ ਰੁਮਾਲ ਦੀ ਬੰਨ੍ਹ ਲਈ ਜਾਂ ਚੁੰਨੀ ਲਪੇਟ ਲਈ, ਜਦੋਂ ਅਸੀਂ ਕਿਤੇ ਜਾ ਕੇ ਵਿਹਲੀ ਜਗ੍ਹਾ 'ਤੇ ਫ੍ਰੀ ਹੁੰਦੇ ਹਾਂ, ਇਕਾਂਤ 'ਚ ਹੁੰਦੇ ਹਾਂ, ਆਪਾਂ ਉਹ ਲਾ ਲੈਂਦੇ ਹਾਂ, ਉਤਾਰ ਕੇ ਜੇਬ 'ਚ ਪਾ ਲਿਆ, ਫਿਰ ਤੁਰੇ ਆਪਾਂ ਉਹਨੂੰ ਫਿਰ ਲਪੇਟਿਆ। ਕਈ ਵਾਰ ਉਸ ਟਾਈਮ ਪਾਸਾ ਪੁੱਠਾ ਲਾਇਆ ਜਾਂਦਾ ਨੱਕ 'ਤੇ, ਅਤੇ ਆਪਾਂ ਜ਼ਿਆਦਾ ਡੇਂਜਰਸ ਹੋ ਜਾਂਦੇ ਹਾਂ। ਸੋ ਇਸ ਤਰ੍ਹਾਂ ਮਤਲਬ ਕਿ ਧਿਆਨ ਰੱਖਣ ਦੀ ਲੋੜ ਹੈ। ਔਰ ਜਿਹੜੇ ਹੱਥ ਨੇ, ਹੱਥਾਂ ਨੂੰ ਬਾਰ-ਬਾਰ ਧੋਵੋ ਸਾਬਣ ਨਾਲ, ਇੱਦਾਂ ਰੋਟੇਟ ਕਰਕੇ ਗੋਲ ਤਰੀਕੇ ਦੇ ਨਾਲ ਸਾਬਣ ਨਾਲ ਧੋਵੋ ਤਾਂ ਕਿ ਤੁਹਾਡੇ ਹੱਥ ਜਿਹੜੇ ਆ ਉਹ ਡਿਸਇਨਫੈਕਟੈਂਟ ਰਹਿਣ। ਖੁਰਾਕ ਅੱਛੀ ਰੱਖੋ, ਆਪਣਾ ਮਿਹਦਾ ਤੇ ਲੀਵਰ ਇਹਨੂੰ ਤਕੜਾ ਰੱਖੋ। ਜੇ ਤੁਹਾਡੀ ਪਾਚਨ ਸ਼ਕਤੀ ਠੀਕ ਹੈ, ਤੁਹਾਡਾ ਮਿਹਦਾ ਠੀਕ ਹੈ, ਤੁਹਾਡਾ ਲੀਵਰ ਠੀਕ ਹੈ, ਤੁਹਾਡੀ ਇਮਿਊਨਿਟੀ ਆਟੋਮੈਟਿਕਲੀ ਜਿਹੜੀ ਹੈ ਉਹ ਹਾਈ ਰਹਿੰਦੀ ਹੈ। ਸੋ ਇਹੀ ਹੈ ਕਿ ਬਚਾਓ ਸਾਨੂੰ ਰੱਖਣਾ ਜਿਹੜਾ ਉਹ ਬਹੁਤ ਜ਼ਿਆਦਾ ਜੀ ਬਚਾਓ ਰੱਖਣਾ ਜ਼ਰੂਰੀ ਹੈ ਜੀ। ਰਾਣੂ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਸਾਡੇ ਸਟੂਡੀਓ ਦੇ ਵਿੱਚ। ਦੋਸਤੋ, ਇਹ ਸੀ ਡਾਕਟਰ ਪਰਮਜੀਤ ਜੀ ਰਾਣੂ, ਜਿਨ੍ਹਾਂ ਨੇ ਕਰੋਨਾ ਤੋਂ ਬਚਣ ਦੇ ਬਾਰੇ ਵੀ ਆਪਾਂ ਕੀ ਗੱਲਾਂ ਦਾ ਧਿਆਨ ਰੱਖਣਾ ਹੈ ਉਹਨਾਂ ਬਾਰੇ ਦੱਸਿਆ। ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਰਾਮਦੇਵ ਨੇ ਇੱਕ ਦਵਾਈ ਬਣਾਈ ਹੈ, ਉਹਦੇ ਵਾਸਤੇ ਇਹਨਾਂ ਨੇ ਇੱਕ ਜੰਗ ਸ਼ੁਰੂ ਕੀਤੀ ਹੈ ਉਹਨਾਂ ਦੇ ਖਿਲਾਫ। ਇਹ ਕਹਿੰਦੇ ਨੇ ਉਹਨਾਂ 'ਤੇ ਰਾਮਦੇਵ ਜੀ 'ਤੇ ਕਾਰਵਾਈ ਹੋਏਗੀ। ਇਹਨਾਂ ਦੇ ਪੂਰਾ ਸੰਘਰਸ਼ ਹੈ ਉਹਨਾਂ 'ਤੇ ਕਾਰਵਾਈ ਕਰਾਉਣ ਦਾ, ਕਿਉਂਕਿ ਉਹਨਾਂ ਨੇ ਜੋ ਸੈਂਟਰ ਗੌਰਮੈਂਟ ਦੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ। ਦੋਸਤੋ, ਮੈਂ ਕੁਲਵੰਤ ਵਿੱਕੀ ਅੱਗੇ ਤੋਂ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗਾ ਇਸੇ ਸਟੂਡੀਓ ਦੇ ਵਿੱਚ। ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ।